ਧਰ ਜਿਅਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ। ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮਿਲੈ ਪ੍ਰਭੂ ਹਰ ਦਰਗਾਹ ਕਾ ਬਸੀਠ। ਪਿਆਰਿਓ, ਸਾਹਿਬਾਂ ਦੀ ਪਾਵਨ ਪਵਿੱਤਰ ਵਿਚਾਰਧਾਰਾ ਤੋਂ ਜਾਣੂ ਹੋਈਏ। बड़े प्यार सत्कार नाल गुरु के सवारियां ने ये उचेचा उपराला किया है कि असी सतगुरां दी असीस गुरु की गोद विच बैठ के लै सकीए। एक गल का खास ख्याल सारे ही आपां रखिया करिए, जदों भी गुरु की हजूरी च हाज़र हो जाइए तो इंज महसूस करिया करो कि असी बहुत किसी खास थां ते बैठे हैं। ध्यान नाल समझो, बहुत खास जगह है ते खास जगह ते असी जदों बैठने तो असी इस करके भी अदब करना हुंदा है कि साडे सतगुरां दा दरबार है। वो जगह कोई भी होवे, जदों सतगुरां दे प्रकाश हो जाण तो गुरु दा दरबार बन जाता है। ते जिहड़ा दरबार हुंदा है ना, उस दरबार विच सिर्फ ओहदी गल हुंदी है जिसदा दरबार सजिया हुंदा। बाकी गल्लां नूं संकोचना चाहिए। ये ध्यान नाल सानूं सारिआं नूं समझना पैना। असी जाने अनजाने विच जां हौली हौली अवेसलेपन विच गुरु दे दरबार नूं वो अहमियत नहीं दे पा रहे जो अहमियत देनी चाहिए है। इसलिए गुरु साहब जी दी गल्लां तां चलदियां ने, पर असीं गुरु साहब जी दी गल्लां वल बहुता गौर नहीं करते, ध्यान नहीं देते। कीर्तन करने वाले वीर, विचार करने वाले वीर, जिन्हां ने उचेचा प्रबंध किया होंदा है, कोशिश तो पूरी करते हैं, पर असी उस सजे दरबार विच उस खास दियां बातां वल ध्यान नहीं देंदे। सो बेनती है, आओ प्यार नाल इस खास पातशाह जी दे खास दरबार विच सज के बिल्कुल एकाग्रचित होइए, मनोबिरतियां नूं एकाग्र करिए ते बाणी दे बोलां नूं ध्यान नाल सुणन दा यतन करिए। पहला कर्म है सुनना। मेरी कौम की बदकिस्मती है भी असीं अजे तक ध्यान नाल गुरु की गल नूं सुनिया ही नहीं, ध्यान नाल नहीं सुनिया। सुनना ते ध्यान नाल सुनना ये भी दो गल्लां हुंदियां ने। सुनदा बहुत जगत है, पर ध्यान नाल कौन सुनदा? ध्यान नाल सुनिए, जो सुन रहे हैं उन्हें समझण की कोशिश करिए। सुनोगे तो समझोगे, फिर अगली गल समझ आएगी भी गुरु साहब साडे नाल कोई खास गल करदे ने। ते जो समझ विच आउंदा है उन्होंने अपनी जिंदगी च लागू करन दा यतन करिए। जे साडी जिंदगी च लागू ना होया, फिर कहना, सुनना, सुनाउणा किसी अर्थ नहीं रह जाना। इस करके ध्यान नाल जदों भी गुरुआं दी गोद च बैठना। हाए मान है सानू सच्चे पातशाह जी की गल बड़ी गजब है, बड़ी कमाल। आओ एकाग्रचित हुंदे आ। जिथे जिथे भी जिहड़े वीर भैणां सेवावां च लगे ने, मुबारक गल है, सेवावां च हाज़र रहो। जिहड़े बिना सेवा तो इधर उधर गल्लां बातां च मस्त ने,
ਜਿਹੜੇ ਇੱਥੇ ਸਮਾਗਮ ਕਰਕੇ ਪਹੁੰਚੇ ਨੇ ਤੇ ਅਜੇ ਵੀ ਉਹ ਸੋਚਦੇ ਨੇ ਕੋਈ ਗੱਲ ਨਹੀਂ ਚਲੇ ਜਾਾਂਗੇ ਅਖੀਰ ਜੀ ਦੀ ਸਮਾਪਤੀ ਤੇ, ਉਹਨਾਂ ਨੂੰ ਬੇਨਤੀ ਹੈ ਆਓ ਹਾਜ਼ਰ ਹੋ ਜਾਈਏ ਤੇ ਗੁਰੂ ਦੀ ਬਾਤ ਨੂੰ ਬੜੇ ਧਿਆਨ ਨਾਲ ਸੁਣੀਏ। ਮਹਾਰਾਜ ਕੀ ਕਹਿੰਦੇ ਨੇ, ਸਾਨੂੰ ਸਾਰਿਆਂ ਨੂੰ ਧਿਆਨ ਨਾਲ ਸੁਣਨਾ ਪੈਣਾ। ਗੁਰੂ ਸਾਹਿਬ ਜੀ ਕਹਿੰਦੇ ਉਹ ਗੱਲ ਬੜੇ ਧਿਆਨ ਨਾਲ ਸੁਣੀਏ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮਿਲੈ ਪ੍ਰਭੂ ਹਰ ਦਰਗਹ ਕਾ ਬਸੀਠ। ਗੁਰੂ ਰੱਬ ਦੀ ਦਰਗਾਹ ਦਾ ਵਿਚੋਲਾ ਹੈ। ਬਸੀਠ ਮਤਲਬ ਵਿਚੋਲਾ। ਗੁਰੂ ਸਾਹਿਬ ਜੀ ਨੇ ਤੁਹਾਡਾ ਰਿਸ਼ਤਾ ਰੱਬ ਨਾਲ ਜੋੜਨਾ ਹੈ, ਗੋਡ ਨਾਲ ਜੋੜਨਾ ਹੈ, ਪਰਮਾਤਮਾ ਨਾਲ ਜੋੜਨਾ ਹੈ। ਅਸੀਂ ਸਾਰੇ ਗੁਰੂ ਕੋਲ ਆਣ ਕੇ ਵੀ ਕਿਸੇ ਸਵਾਰਥ ਨਾਲ ਜੁੜ ਜਾਂਦੇ ਹਾਂ, ਕਿਸੇ ਆਪਣੀ ਆਪਣੀ ਚੀਜ਼ ਨਾਲ ਜੁੜ ਜਾਂਦੇ ਹਾਂ। ਗੁਰੂ ਦਰਗਾਹ ਦਾ ਵਜ਼ੀਰ ਹੈ। ਸੱਚੇ ਪਾਤਸ਼ਾਹ ਉਸ ਰੱਬ ਨਾਲ ਜੋੜਦੇ ਨੇ। ਕਿਵੇਂ ਜੋੜਦੇ ਨੇ? ਹਰ ਨਾਮੋ ਮੰਤਰ ਦਿਰੜਾਏਂਦਾ ਕੱਟੇ ਹੂੰ ਮੈਂ ਰੋਗ, ਨਾਨਕ ਸਤਿਗੁਰ ਤਿਨਹ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ। ਨਾਨਕ ਸਤਿਗੁਰ ਤਿਨਹ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ। ਕਰਿਓ ਕਿਰਪਾ ਇੱਕ ਵਾਰ ਸਾਰੇ ਬੋਲਿਓ ਨਾਲ, ਨਾਨਕ ਸਤਿਗੁਰ ਤਿਨਹ ਮਿਲਾਇਆ ਜਿਨਾ ਤੁਰੇ ਪਿਆ। ਗੱਜ ਕੇ ਨਾਨਕ ਸਤਿਗੁਰ ਤਿਨਹ ਜਿਨਾ ਤੁਰੇ ਪਿਆ ਸੰਜੋਗ। ਦੀਨ ਦੁਨੀ ਦੇ ਮਾਲਕ ਹਲਤ ਪਲਤ ਸਵਾਰ ਦੇਣਹਾਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕੱਦਸ ਚਰਨਾਂ ਅੰਦਰ ਸੁਭਾਏਮਾਨ ਉਚੇਚੇ ਸਜੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰਿਓ, ਬੜੇ ਅਦਬ ਨਾਲ ਮੇਰੇ ਤੋਂ ਪਹਿਲਾਂ ਸਤਿਗੁਰਾਂ ਦੀ ਬਾਣੀ ਦਾ ਹਰੀ ਜਸ ਕੀਰਤਨ ਪਿਆਰੇ ਬੱਚਿਆਂ ਪਾਸੋਂ ਸ਼ਰਵਣ ਕਰ ਰਹੇ ਸੀ। ਆਓ ਚੰਦ ਘੜੀਆਂ ਵਿਚਾਰ ਨਾਲ ਜੁੜਦੇ ਹਾਂ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ਿਸ਼ ਦੁਹਰਾਈਏ, ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਗੁਰੂ ਨੂੰ ਅਜੇ ਤੱਕ ਗੁਰੂ ਨਹੀਂ ਮੰਨਿਆ। ਧਿਆਨ ਨਾਲ ਸਮਝਿਓ ਮੇਰੀ ਗੱਲ। ਅਸੀਂ ਵਿਚਾਰ ਕਰਨ ਲਈ ਬੈਠੇ ਹਾਂ। ਇਤਿਹਾਸਿਕ ਨਗਰ ਹੈ। ਇਸ ਨਗਰ ਵਿੱਚ ਜਦੋਂ ਵੀ ਇਸ ਨਗਰ ਦਾ ਨਾਮ ਸਾਡੀ ਜ਼ੁਬਾਨ ਤੇ ਆਉਂਦਾ ਹੈ ਤਾਂ ਤੁਸੀਂ ਧਿਆਨ ਨਾਲ ਵੇਖੋਗੇ ਇਹਦੇ ਨਾਲ ਇੱਕ ਸ਼ਬਦ ਜੁੜ ਗਿਆ, ਮੋਰਚਾ। ਜੈਤੋ ਦਾ ਮੋਰਚਾ। ਹਾਲਾਂਕਿ ਸਿੱਖ ਜਦੋਂ ਤੋਂ ਸਿੱਖ ਨੇ ਜਨਮ ਲਿਆ ਨਾ ਉਦੋਂ ਦਾ ਹੀ ਸਿੱਖ ਸੰਘਰਸ਼ ਵਿੱਚ ਹੈ। ਸਿੱਖ ਦਾ ਜਨਮ ਹੀ ਸੰਘਰਸ਼ ਵਿੱਚ ਹੋਇਆ। ਇਹ ਸੰਘਰਸ਼ ਹੀ ਰਹਿੰਦਾ ਸਦਾ। ਜਿਹੜੇ ਬੰਦੇ ਰੋਜ਼ ਸੰਘਰਸ਼ ਕਰਦੇ ਨੇ ਨਾ, ਜਿਹੜੇ ਰੋਜ਼ ਸੰਘਰਸ਼ ਕਰਦੇ ਨੇ ਉਹ ਬੰਦੇ ਹੀ ਮੰਜ਼ਿਲ ਤੇ ਪਹੁੰਚ ਸਕਦੇ ਨੇ। ਅਦਰਵਾਈਜ਼ ਜਿਹੜਾ ਬੰਦਾ ਲਾਈਫ 'ਚੋਂ ਸੰਘਰਸ਼ ਛੱਡ ਦਿੰਦਾ ਉਹ ਫੇਲ ਹੋ ਜਾਂਦਾ। ਅਸੀਂ ਸਾਡੇ ਨਾਲ ਵੀ ਇੰਝ ਹੀ ਵਾਪਰਦਾ। ਜਿਹੜਾ ਬੰਦਾ ਸੰਘਰਸ਼ ਕਰੇਗਾ ਉਹ ਕਿਸੇ ਮੰਜ਼ਿਲ ਤੇ ਪਹੁੰਚੇਗਾ। ਖੈਰ ਸਮੇਂ 'ਚ ਰਹਿ ਕੇ ਮੈਂ ਕੁਝ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ, ਕੁਝ ਵਿਚਾਰਨ ਲਈ ਬੈਠੇ ਹਾਂ। ਇਹਨਾਂ ਸਮਾਗਮਾਂ ਦਾ ਮਤਲਬ ਹੁੰਦਾ ਹੈ ਵੀ ਇਹਨਾਂ ਸਮਾਗਮਾਂ ਵਿੱਚੋਂ ਕੁਝ ਖੱਟਿਆ ਜਾਏ, ਕੁਝ ਪ੍ਰਾਪਤ ਕੀਤਾ ਜਾਏ, ਕੁਝ ਦਿਸੇ ਸਾਡੇ ਸੁਭਾਅ, ਸਾਡੇ ਸੰਸਕਾਰਾਂ ਵਿੱਚੋਂ। ਅਖਬਾਰ ਵਿੱਚੋਂ ਨਹੀਂ ਵੇਖਣਾ ਹੁੰਦਾ ਵੀ ਸਮਾਗਮ ਹੋਇਆ। ਆਮ ਕਰਕੇ ਇਹ ਹੁੰਦਾ ਵੀ ਸਮਾਗਮ ਹੁੰਦਾ ਹੈ ਤੇ ਇੱਕ ਅਖਬਾਰ ਦੀ ਸੁਰਖੀ ਬਣਦਾ ਤੇ 2-4 ਦਿਨ ਉਹ ਯਾਦ ਰਹਿੰਦਾ ਵੀ ਫਲਾਣੇ ਥਾਂ ਤੇ ਫਲਾਣੇ ਬੰਦਿਆਂ ਨੇ, ਫਲਾਣੇ ਪਿਆਰਿਆਂ ਨੇ ਸਮਾਗਮ ਕਰਾਇਆ।
पर समागम तुहाडे सुभाਅ चों, तुहाडे नेचर चों, तुहाडीआं आदतां चों, तुहाडी रोज़मर्रा दी जिंदगी चों झलकना चाहिदा है भी इन्हां ने समागम कराया, इन्हां दे जीवन विचों झलक रिहा। ते मैं गल कर लगा सी इस पिंड का नाम जुड़े मोर्चे नाल। सब तो लंबा मोर्चा अज तक का इतिहास विच इस नगर विच आरंभिया गया, जिन्होंने अस जैतो का मोर्चा कहने। लगभग 1 साल 10 महीने संघर्ष चलिया। संघर्ष शुरू होया सी सिक्खी दी होंद तो। ब्रिटिश गौरमेंट सी उस वेले, गोरियां दी सरकार सी। 1923 का वाਕਿया है। भारत की धरती ते ब्रिटिश गौरमेंट उस वेले गोरियां दी हुकूमत सी। ते दुनिया का दस्तूर कहता है भी जिहड़ा बंदा हुकूमत करता है ना, वो सोचता है भी सिर्फ मेरी चले, बाकी सारे मेरे इशारियां ते चलने चाहिए ने। ये सदियां तो रहा है ते सदियां तक रहना है। गुरु नानक साहब जी के घर ने इस पिरत नूं बदलिया। हुकूमत करने वाला अपनी मर्जी नहीं कर सकता। जे हुकूमत करने वाले ने मर्जी करनी है तो किसी ना किसी को आवाज़ चुकनी पैनी है भी तेरी मर्जी नहीं चलनी। एक बेनती होर ध्यान नाल सुन लियो। जिहड़ा धर्म है ना, असल विच धर्म का ना ही असल विच इदां दा आ। धर्म का मतलब ये है भी धर्म ने किसी की परवाह नहीं करनी। धर्मी बंदे ने बिल्कुल आज़ाद विचरना। पर हौली हौली समय के प्रभाव ने धर्म नूं अपने हिसाब नाल चलाया। धर्म आज़ाद नहीं रह जाता वक्त पा के। धर्म समय दियां सरकारां दा, समय की पावर का गुलाम हो जाता है। सो काड़ मन्निया जाता धर्म। इसे करके बाबे की बाणी में शब्द बार बार दोहराए ने। महाराज सच्चे पातशाह जी कहते जिहड़ा बंदा राज करता है ना, उन्होंने ये ध्यान में रहना चाहिए भी राज भी धर्म नाल ही चलना है। जे धर्म जिंदगी चों अलोप हो गया तो तेरा राज सदीवी नहीं रहना, राज खत्म। बड़े दुनिया ते राजे होए ने, पर तुसी दसो सदीवी टिकिया है कोई? क्योंकि धर्म अलोप हो जाता है। असल महाराज सच्चे पातशाह जी की बाणी ने तां ही कहा, राजे चुड़ी न्याओं की। जिहड़ा राजा है ना, उहदे कोल न्याय का धर्म रहना चाहिए। न्याय राजे का धर्म है। जिहड़ा राजा न्याय वाला धर्म नहीं करेगा ना, राजा अज नहीं तो कल तख्ते तो ले ही जाने। ये पक्की गल। जिहड़े बंदे कहंदे सी असी पूरी दुनिया ते राज करना है, अज कित्थे ने? वो नहीं दिसते ना किते। वो सुपना टुटिया है ना। इसलिए जिहड़ा धर्म है, इनू असी ध्यान नाल समझ नहीं सके तो हौली हौली धर्म ने अपनी चाले चलदिया धर्म ने अपने असूल छड्ड दिते ते वक्त के असूलों नूं प्रवान कर ले। एक बेनती होर तुहाडे ध्यान च लिआउणा, तुसीं सारे मूल मंत्र का पाठ करदे हो। गुरु साहब जी ने मूल मंत्र च एक शब्द वरते, अकाल मूरत। विशा लबेरा, मैं डिटेल च नहीं जाता। अकाल मूरत, अकाल का अर्थ है जिहदे ते समय का प्रभाव ना पवे। सिख अकाल मूरत, अकाल नाल जुड़िया होया है, समय के प्रभाव के वहण विच नहीं वहिंदा। भावें समा किहो जिहा मर्जी होवे, जिद्दां दा मर्जी होवे, समय के प्रभाव च नहीं वहिंदा। पर जे तुसीं अज 21वीं सदी के सिख की गल करोगे तो समय के प्रभाव च वहिंदा है। अज तुसीं वेखो, अज तुहानूं मन्नना पैना, वेखो जी समय नाल सारा कुछ बदल ही जाता। असीं इदां करदे आ ना गल्लां, सारे समय नाल सारा कुछ चेंज हो जाता। सिख नहीं चेंज होंदा समय नाल, सिख नहीं बदलदा। गुरु गरीब निवास सच्चे पातशाह जी की बाणी कहती है, जिहदे ते समय का प्रभाव पै जाए वो सिख नहीं हो सकता। सिख समय तो आज़ाद रहिंदा है, क्योंकि ये अकाल पुरख नाल जुड़िया होया है। ते अकाल पुरख नाल जुड़िया होया बंदा समय के प्रभाव तो वखरा रहिंदा है। गरीब निवास सच्चे पातशाह जी की बाणी ने सानू समय तो आज़ाद किया, पर असीं समय के वहण च बहिने आ। मैं जिहड़ी बेनती कर लगा सी, धर्म ने
सारी दुनिया नूं आज़ाद करना हुंदा है, पर जिहड़े चलाक बंदे हुंदे ने उन्हां नूं पता है भी धर्म दे राहीं दुनिया नूं गुलाम बनाया जा सकदा है, तां इस करके वो कब्जा ही धर्म ते करदे ने। तुसीं इतिहास पढ़ोगे ना ध्यान नाल तां तुसीं वेखो भारत की धरती ते जदों गोरियां की हुकूमत आई उन्हां गुरुद्वारियां ते कब्जा क्यों कीता? साका ननकाणा तुहाडे याद विच है, उहदे उत्थों ही ये मोर्चा आरंभ होया सी। वो गुरुद्वारा क्यों भला गुलाम बनाउंदे ने? उन्हां नूं पता है भी आज़ादी की गल इत्थों उठ सकती है, ये गुरुद्वारा आज़ादी की गल करदा है। इस करके उन्होंने वो सारा प्रबंध अपने अधीन ले लिया, जिथों जो मर्जी चाहे उही गल वो शुरू कर सकते हैं। और तुहाडे च सूझवान पढ़े लिखे स्रोते तुसीं बैठे हो, एक गल दा होर ख्याल रखियो, गुलाम सिर्फ ते सिर्फ गुरुद्वारियां नूं बनाया गया, होर किसी नूं नहीं बनाया गया, क्योंकि उन्होंने पता सी आज़ादी की गल उठती है। ये आज़ाद फिजा च जीवन की गल करते हैं। इन्हां दी बाणी कहती है तख्त राजा सो बाहै जो तख्त ते लायक होए। बाणी च लिखे है, इन्हां दी बाणी च लिखे है राजा पापी होवे ते प्रजा नूं जागना चाहिए है, ते उहदे पाप नूं उजागर करके उहनूं उस तख्त तो ला देना चाहिए है। जदों राजे पाप कमाउण लग जाण ते प्रजा नूं सुचेत होना चाहिए। बाकी लोग कहते हैं भी राजे अपनी मर्जी कर सकते हैं। गुरु नानक साहब जी का घर कहता है राजा मर्जी नहीं कर सकता, राजे नूं प्रजा के हिसाब नाल चलना पैना। बड़े नुकता ध्यान नाल वेख लोगे तो गल समझ आ जानी है। हौली हौली होया कि असी गुरु ग्रंथ साहब जी की बाणी नूं भी उस ही पैटर्न ते उस ढंग नाल ही समझण लग पे। अज वक्त पा के तुसीं सारे ही बाणी नूं बहुत प्यार करते हो। गुरु ग्रंथ साहब जी का स्वरूप वेखते हैं, असीं मत्था टेकते हैं। किते भी स्वरूप जाता होवे, असीं गड्डी च सफ़र करते होइए निशान साहब नज़री पै जाए, असीं नमस्कार कर दिंदे हैं। क्यों करते हो नमस्कार? क्योंकि तुहानूं लगदा है भी ये गुरु का थां है, सिर झुकदा है, अदब है साडा। पर गुरु साहब जी कहंदे की ने, गुरु साहब सानूं समझाउंदे की ने, इस गल तो असीं अवेशले हो गए। खैर गरीब निवास सच्चे पातशाह जी ने धर्म की गल की, शुरू तो संघर्षी राह मेरे बाबे नानक जी ने अपनाया। वक्त की चाले चलदे बहुत चीज़ां गुरु नानक के घर ने आज़ाद कर दियां। इत्थे एक गुलामी सी भी औरत धर्म की गल नहीं कर सकती। ध्यान नाल समझियो गल्लां, मैं जिहड़ी बेनती करनी चाहुंदा, इत्थों दे धर्म संविधान ने, धर्म की परिभाषा ने यह कहा भी औरत कभी भी धर्म की गल नहीं कर सकती। ते बाबे नानक ने 9 साल की उम्र में ऐलानिया किया भी जे औरत नूं धर्म की गल करन दा हक नहीं तो फिर मर्द भी धर्म की गल नहीं कर सकता। जिन्हों असीं जनेऊ वाली घटना तो याद करते हैं। 9 साल की उम्र सी मेरे बाबे की उस वेले, ते गल इत्थों आरंभ हुई सी भी इहनूं पाउण नाल मनुख धर्मी हुंदा है। ते गुरु नानक साहब जी ने कहा भी मेरी भैन नूं ते मेरी माता जी नूं भी यह पाउणा चाहिए जिहदे नाल धर्मी हुंदा है। ते जिहड़ा उस वक्त का धर्म आगू सी ना, वो कहंदा औरत नूं यह हक नहीं मिलिया होया भी औरत इस धार्मिक चिन्ह नूं धारण कर सके। इहदा मतलब धर्म भी किसी का चलाया चलदा सी, धर्म की अपनी आज़ादी नहीं सी। जे धर्म आज़ादी की गल करदा फिर ये किन्ने कानून बनाया भी, और रब ने तो नहीं बनाया, खुदा ने तो नहीं बनाया, नाम जो मर्जी रख लो, अल्लाह ताला ने तो नहीं बनाया। एक कानून धरती ते किसी ने जन्म लैके बना लिया भी इनू धर्मी बनाना है तो इनू धर्मी नहीं बनाना। गुरु नानक साहब जी के घर ने क्या इदा नहीं हो सकता। बस उस दिन तो साडा संघर्ष शुरू हो गया सी। जिदन असी फट्टी ते एक ओंकार वाह के ये ऐलानिया कहता सी भी असी एक अल्लाह ताला, एक निरंकार दे पुजारी हाँ, असी एक खुदा नूं मनदे हां। ये भी ध्यान नाल समझियो गल, नाम बेअंत रखे जा सकते हैं पर रब बेअंत नहीं बनाए जा सकते। रब एक ही रहना, उन्होंने गॉड कह लो, उन्होंने अल्लाह कह लो, उन्होंने राम कह लो, उन्होंने रहीम कह लो, ना जिन्ने मर्जी रख लो पर उन्हें रहना एक है। पर तुसी वेखो ना रख के उन्होंने संविधान भी अलग अलग घड़ लए। इसका मतलब है जे ना रख के संविधान घड़े गए ने तो किसी व्यक्ति ने घड़े ने, रब ने नहीं घड़े। जेड़े व्यक्ति ने संविधान घड़े है उन्हें फैसला कर लिया भी किनू धर्मी बनाना है तो किनू धर्मी नहीं बनाना है। कि शब्द साडे पंजाब में भी बहुत प्रचलित है, धर्मी ते अधर्मी।
ਹਾਲਾਂਕਿ ਪੰਜਾਬ ਦੇ ਸਫਾ ਵਿੱਚ, ਪੰਜਾਬ ਦੇ ਇਤਿਹਾਸ ਵਿੱਚ ਇਹ ਸ਼ਬਦ ਆ ਜਾਣਾ ਹੀ ਆਪਣੇ ਆਪ 'ਚ ਬੜਾ ਖਤਰਨਾਕ ਹੈ। ਇਹ ਕਿੱਦਾਂ ਹੋ ਸਕਦਾ ਵੀ ਇਹ ਧਰਮੀ ਹੈ ਤੇ ਇਹ ਅਧਰਮੀ ਹੈ? ਅੱਛਾ, ਫਿਰ ਫੈਸਲਾ ਵੀ ਕਿਵੇਂ ਕਰੋਗੇ? ਹਾਂ, ਇਹ ਫੈਸਲਾ ਹੋ ਸਕਦਾ ਵੀ ਇਹ ਬੰਦਾ ਧਰਮੀ ਹੈ, ਇਹ ਅਧਰਮੀ ਹੈ, ਪਰ ਇਹ ਫੈਸਲਾ ਕਿਸੇ ਦੇ ਲੱਛਣ ਵੇਖ ਕੇ, ਕਿਸੇ ਦੇ ਕਰਮ ਵੇਖ ਕੇ, ਕਿਸੇ ਦੀਆਂ ਆਦਤਾਂ ਵੇਖ ਕੇ, ਕਿਸੇ ਦਾ ਨੇਚਰ ਵੇਖ ਕੇ, ਕਿਸੇ ਦਾ ਵਿਹਾਰ ਵੇਖ ਕੇ ਨਹੀਂ ਕੀਤਾ ਜਾ ਰਿਹਾ। ਬਾਣੀ ਵੀ ਫੈਸਲਾ ਕਰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਖਸਮ ਵਿਸਾਰੇ ਤੇ, ਬੋਲੋ ਗੱਜ ਕੇ, ਖਸਮ ਵਿਸਾਰੇ ਤੇ ਕਮਜ਼ਾਤ। ਜਿਹੜੇ ਰੱਬ ਨੂੰ ਭੁੱਲ ਜਾਣ ਉਹ ਮਾੜੀ ਜਾਤ ਵਾਲੇ ਹੁੰਦੇ ਨੇ। ਪਰ ਇਹ ਨਹੀਂ ਮਾਂ ਨੇ, ਰੱਬ ਬਾਬੇ ਨੇ ਕਿਹਾ ਵੀ ਕਿਸੇ ਮਾਂ ਦੀ ਕੁੱਖ ਚੋਂ ਬੱਚਾ ਮਾੜੀ ਜਾਤ ਵਾਲਾ ਜਨਮ ਲੈਂਦਾ। ਬਾਬੇ ਨੇ ਕਿਹਾ ਜਿਹੜਾ ਰੱਬ ਭੁੱਲ ਜਾਂਦਾ ਉਹ ਕਮਜ਼ਾਤ ਹੁੰਦਾ, ਮਾੜੀ ਜਾਤ ਵਾਲਾ ਹੁੰਦਾ। ਤੇ ਰੱਬ ਭੁੱਲਣ ਦਾ ਮਤਲਬ ਹੈ ਅਸੀਂ ਰੱਬ ਦੇ ਬੰਦਿਆਂ ਨਾਲ ਨਫ਼ਰਤ ਕਰਨ ਲੱਗ ਪਏ। ਇਨਸਾਨੀ ਜਾਮੇ ਨਾਲ ਸਾਡੇ ਮਨਾਂ ਵਿੱਚ ਜ਼ਹਿਰ ਭਰ ਗਿਆ। ਇੱਕ ਬੇਨਤੀ ਮੈਂ ਕੀਤੀ ਸੀ, ਮਨੁੱਖ ਸਮੇਂ ਦੇ ਪ੍ਰਭਾਵ 'ਚ ਨਹੀਂ ਪੈਂਦਾ, ਪਰ ਸਿੱਖ ਪੈ ਗਿਆ। ਇਹਦਾ ਮਤਲਬ ਤੁਸੀਂ ਐ ਸੱਚੇ ਦਰਬਾਰ ਨਾਲੋਂ ਲਿੰਕ ਤੋੜ ਬੈਠੇ ਹੋ। ਇਹ ਸੱਚਾ ਦਰਬਾਰ ਕਹਿੰਦਾ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। अव्वल अल्लाह नूर उपाया कुदरत के सब बंदे। एक नूर ते, बोलो गज के, एक नूर ते सब जग उपजिया। जदों एक नूर तो सारा जग पैदा होया, फिर ये मैनू दस तू किवें फैसला करता कौन भले, बोलो कौन भले को मंदे। तू किसी दे जन्म तो ये किवें फैसला कर सकदा भी ये भला है ते मंदा है? ते जे तू ये फैसला करदा है तो इसदा मतलब है ये गल तैनूं किसी ने सिखाई है, क्योंकि रब ने तो नहीं सिखाई, परमात्मा तो नहीं सिखाउंदा। तुहाडे च बहुत सारे वीर भैणां जे धर्म की माड़ी मोटी समझ रखते हो, धर्म बारे जानकारी रखते हो, गुरु की हजूरी च बैठे गुरु के प्यार वाले, इन्हां नाल भी गल करके वेखो भी धर्म किते ये गल मनदा। खास करके जदों गुरु नानक साहब जी धर्म की गल करते हैं, इसदा मतलब ये है इस धर्म की गल ना चले। सिख ही क्यों संघर्षी है, सिख ही क्यों हर वेले संघर्ष करता है? क्योंकि इत्थे समाज ने हर तरह नाल दुनिया नूं वंडिया है। एक चेता रखियो, दुनिया जिन्नी वंडी जाएगी ना उन्नियां ही परेशानियां वधणगियां। दुनिया जिन्नी एक होएगी उन्नियां ही परेशानियां घटणगियां। एक धर्म ही कर सकता है। ਜਿਹੜੇ ਬੰਦੇ ਸਾਨੂੰ ਗੁਲਾਮ ਬਣਾਉਣਾ ਚਾਹੁੰਦੇ ਸਨ, ਉਹਨਾਂ ਨੂੰ ਪਤਾ ਸੀ ਵੀ ਇਹਨਾਂ ਨੂੰ ਵੰਡ ਲਿਆ ਜਾਏ। ਜਾਤ ਆਧਾਰਿਤ ਵੰਡ ਲਓ, ਅਮੀਰੀ ਗਰੀਬੀ ਦੇ ਨਾਂ ਹੇਠ ਵੰਡ ਲਓ, ਗੋਰੇ ਕਾਲੇ ਦੇ ਨਾਂ ਹੇਠ ਵੰਡ ਲਓ, ਇਹਨਾਂ ਨੂੰ ਇਲਾਕਿਆਂ ਦੇ ਨਾਂ ਹਿਸਾਬ ਨਾਲ ਵੰਡ ਲਓ। ਅਸੀਂ ਕਿੰਨੇ ਹਿਸਾਬ ਨਾਲ ਵੰਡੇ ਜਾ ਸਕਦੇ? ਅਸੀਂ ਇਕੱਠੇ ਹੋਣ ਦਾ ਕੋਈ ਪਾਠ ਨਹੀਂ ਪੜ੍ਹਦੇ ਤੇ ਅਸੀਂ ਅੱਡ ਹੋਣ ਦੀਆਂ ਬਹੁਤ ਗੱਲਾਂ ਪੜ੍ਹਦੇ। ਅਸੀਂ ਇਕੱਠੇ ਕਿਵੇਂ ਰਹਿਣਾ, ਇੱਕ ਕਿਵੇਂ ਹੋਣਾ, ਇਹ ਨਹੀਂ ਪੜ੍ਹਦੇ। ਤਾਂ ਕਰਕੇ ਗੁਰੂ ਕੇ ਪਿਆਰ ਵਾਲਿਓ, ਜਿਹੜਾ ਅੱਜ ਦਾ ਇਤਿਹਾਸ ਹੈ ਤੁਹਾਡਾ, ਜਿਸ ਨਗਰ ਵਿੱਚ ਤੁਸੀਂ ਬੈਠੇ ਹੋ, ਗੁਰਦੁਆਰਿਆਂ ਨੂੰ ਗੁਲਾਮ ਬਣਾਉਣ ਦੀ ਪਿਰਤ ਜਦੋਂ ਗੋਰਿਆਂ ਨੇ ਸ਼ੁਰੂ ਕੀਤੀ। ਇੱਕ ਬੇਨਤੀ ਹੋਰ ਤੁਹਾਡੇ ਧਿਆਨ 'ਚ ਲਿਆਵਾਂ। ਜਦੋਂ ਇਸ ਧਰਤੀ ਤੇ ਗੋਰੇ ਆਏ ਨਾ, ਤੇ ਤੁਹਾਨੂੰ ਪਤਾ ਵੀ ਇਹ ਜਿਹੜਾ ਪੰਜਾਬ ਹੈ ਨਾ, ਇਹ ਬਾਕੀ ਭਾਰਤ ਦੇ ਹਿੱਸੇ ਨਾਲੋਂ ਘੱਟ ਸਮਾਂ ਗੁਲਾਮ ਰਿਹਾ। ਔਰ ਜਿਸ ਇਲਾਕੇ 'ਚ ਤੁਸੀਂ ਬੈਠੇ ਹੋ, ਇੱਥੇ ਤਾਂ ਗੋਰਿਆਂ ਦਾ ਪ੍ਰਭਾਵ ਹੀ ਨਹੀਂ ਰਿਹਾ। ਮਹਾਰਾਜਾ ਹੀਰਾ ਸਿੰਘ ਤੋਂ ਬਾਅਦ ਮਹਾਰਾਜਾ ਰਿਪਦਮਨ ਸਿੰਘ, ਜਿਨ੍ਹਾਂ ਕਰਕੇ ਇਹ ਸੰਘਰਸ਼ ਸ਼ੁਰੂ ਹੁੰਦਾ, ਜਿਨ੍ਹਾਂ ਕਰਕੇ ਮੋਰਚਾ ਸ਼ੁਰੂ ਹੁੰਦਾ, ਇਹ ਹਮੇਸ਼ਾ ਗੋਰਿਆਂ ਦੀ ਬਗਾਵਤ ਵਿੱਚ ਰਹੇ, ਬ੍ਰਿਟਿਸ਼ ਗੌਰਮੈਂਟ ਦੀ ਬਗਾਵਤ ਵਿੱਚ ਰਹੇ। ਗੁਰਦੁਆਰੇ ਗੁਲਾਮ ਬਣਾ ਲਏ ਅਗਲਿਆਂ ਨੇ, ਆਪਣੀ ਮਰਜ਼ੀ ਦੇ ਫੈਸਲੇ ਹੋਣ ਲੱਗ ਪਏ। ਜਿਹੜੀ ਗੱਲ ਸੋਚੀ ਵੀ ਨਹੀਂ ਜਾ ਸਕਦੀ ਸੀ ਉਹ ਗੁਰਦੁਆਰਿਆਂ 'ਚ ਹੋਈ। ਸਿੱਖਾਂ ਦੇ ਹਿਰਦੇ ਤੜਫੇ। ਸਿੱਖ ਸਭ ਕੁਝ ਬਰਦਾਸ਼ਤ ਕਰ ਸਕਦਾ ਹੈ, ਪਰ ਸਿੱਖ ਆਪਣੇ ਗੁਰੂ ਦਾ ਨਿਰਾਦਰ, ਆਪਣੇ ਗੁਰੂ ਦੇ ਨਾਲ ਜਾਂ ਗੁਰਦੁਆਰੇ ਨਾਲ ਜੁੜੀ ਹੋਈ ਗੱਲ ਨੂੰ ਕਦੀ ਇਹ ਬਰਦਾਸ਼ਤ ਨਹੀਂ ਕਰਦਾ।
ਹੁਣ ਜਿਹੜੀ ਬੇਨਤੀ ਮੈਂ ਤੁਹਾਨੂੰ ਕਰਦਾ ਸੀ ਵੀ ਅਵਲ ਅੱਲਾ ਦਾ ਜਿਹੜਾ ਨੂਰ ਉਪਾਇਆ ਵਾਲਾ ਕਨਸੈਪਟ ਹੈ ਵੀ ਇੱਕ ਕੁਦਰਤ, ਇੱਕ ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਨੂੰ ਜਨਮ ਦਿੱਤਾ, ਉਹ ਵੀ ਸਾਡੇ ਮਨਾਂ ਚੋਂ ਅਲੋਪ ਕਰਤੀ। ਅੱਜ ਪੰਜਾਬ ਦੀ ਧਰਤੀ ਤੇ ਸਿੱਖ ਗੁਰਦੁਆਰਿਆਂ ਦੇ ਨਾਂ ਨਾਲ ਵੰਡਿਆ ਹੋਇਆ। ਤੁਸੀਂ ਵੇਖੋ ਪੰਜਾਬ 'ਚ ਅੱਜ ਸਿੱਖ ਪਤਾ ਕਾਹਦੇ ਨਾਲ ਵੰਡੇ? ਗੁਰਦੁਆਰਿਆਂ ਦੇ ਨਾਂ ਨਾਲ। ਇਹ ਗੁਰਦੁਆਰਾ ਫਲਾਨੀ ਬਿਰਾਦਰੀ ਦਾ, ਇਹ ਗੁਰਦੁਆਰਾ ਫਲਾਨੀ ਬਿਰਾਦਰੀ ਦਾ। ਗੁਰਦੁਆਰਾ ਗੁਰੂ ਦਾ ਹੈ ਕਿ ਕਿਸੇ ਬਿਰਾਦਰੀ ਦਾ? ਧਿਆਨ ਨਾਲ ਸੋਚਿਓ। ਗੁਰਦੁਆਰਾ ਬਿਰਾਦਰੀ ਦਾ ਨਹੀਂ ਹੋ ਸਕਦਾ। ਜੇ ਬਿਰਾਦਰੀ ਦਾ ਗੁਰਦੁਆਰਾ ਹੈ ਫਿਰ ਕਾਨੂੰਨ ਵੀ ਬਿਰਾਦਰੀ ਵਾਲੇ ਲਾਗੂ ਹੋਣੇ ਨੇ। ਇਹ ਫੈਸਲਾ ਕਰਨਾ ਪੈਣਾ ਤੁਹਾਨੂੰ। ਗੁਰਦੁਆਰਾ ਕਿਸੇ ਖਾਸ ਬੰਦੇ ਦਾ ਵੀ ਨਹੀਂ ਹੁੰਦਾ। ਜਦੋਂ ਦੇ ਤੁਸੀਂ ਗੁਰਦੁਆਰੇ ਬੰਦਿਆਂ ਦੇ ਸਪੁਰਦ ਕਰ ਦਿੱਤੇ ਨੇ ਨਾ, ਗੁਰੂ ਪਾਸੇ ਕਰ ਦਿੱਤਾ ਤੇ ਗੁਰਦੁਆਰਾ ਬੰਦਿਆਂ ਦਾ ਹੋ ਗਿਆ, ਗੁਰਦੁਆਰਾ ਪਰਿਵਾਰਾਂ ਦਾ ਹੋ ਗਿਆ, ਗੁਰਦੁਆਰੇ ਬਿਰਾਦਰੀਆਂ ਦੇ ਹੋ ਗਏ ਨੇ। ਉਸ ਦਿਨ ਤੋਂ ਗੁਰਦੁਆਰਿਆਂ 'ਚ ਗੁਰੂ ਦੀ ਗੱਲ ਅਲੋਪ ਹੋ ਗਈ ਹੈ ਤੇ ਪਰਿਵਾਰਾਂ ਤੇ ਬਿਰਾਦਰੀ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਨੇ। ਇਹ ਖਤਰਨਾਕ ਪਿਰਤ ਹੈ। ਇਹ ਪਤਾ ਸੀ ਤੁਹਾਡੇ ਦੁਸ਼ਮਣਾਂ ਨੂੰ, ਇੱਥੋਂ ਇਕੱਠੇ ਹੋਣ ਦੀ ਗੱਲ ਚੱਲੂਗੀ ਇਹਨਾਂ ਦੀ। ਨਨਕਾਣਾ ਸਾਹਿਬ ਵਾਪਰਿਆ 21 ਫਰਵਰੀ। ਇਹ ਸਾਕਾ ਨਨਕਾਣਾ 1921 ਵਿੱਚ ਵਾਪਰਦਾ। ਇਹ ਸਾਕੇ ਨਨਕਾਣੇ ਤੋਂ ਬਾਅਦ ਸਿੱਖਾਂ ਦੇ ਮਨਾਂ ਵਿੱਚ ਬਹੁਤ ਜ਼ਿਆਦਾ ਰੋਹ ਸੀ। ਇਨਸਾਫ ਪਸੰਦ ਹਰ ਬੰਦੇ ਦੇ ਮਨ ਵਿੱਚ ਰੋਹ ਸੀ ਤੇ ਥਾਂ ਥਾਂ ਤੇ ਇਹ ਐਲਾਨ ਹੋਇਆ ਉਸ ਵੇਲੇ ਕਿ ਸਾਰਿਆਂ ਥਾਵਾਂ ਤੇ ਸਿੱਖ ਕਾਲੀਆਂ ਪੱਗਾਂ ਬੰਨ੍ਹ ਕੇ, ਕਾਲੀਆਂ ਦਸਤਾਰਾਂ ਬੰਨ੍ਹ ਕੇ, ਕਾਲਾ ਰੰਗ ਪ੍ਰੋਟੈਸਟ ਦਾ ਪ੍ਰਤੀਕ ਹੁੰਦਾ, ਰੋਸ ਦਾ ਪ੍ਰਤੀਕ ਹੁੰਦਾ, ਕਾਲੀਆਂ ਪੱਗਾਂ ਬੰਨ੍ਹ ਕੇ ਇਹਦਾ ਵਿਰੋਧ ਕਰਨ। ਮਹਾਰਾਜਾ ਰਿਪੁਦਮਨ ਸਿੰਘ ਨੇ ਵੀ ਉਸ ਵੇਲੇ ਸਿਰ ਤੇ ਕਾਲੀ ਦਸਤਾਰ ਸਜਾ ਲਈ, ਜਿਹੜੀ ਗੱਲ ਗੋਰਿਆਂ ਨੂੰ ਪਹਿਲਾਂ ਹੀ ਪਸੰਦ ਨਹੀਂ ਸੀ, ਕਿਉਂਕਿ ਮਹਾਰਾਜਾ ਰਿਪੁਦਮਨ ਸਿੰਘ ਗੋਰੇ ਦੀ ਨਿਗਾਹ ਵਿੱਚ ਰੜਕਦੇ ਸਨ। ਪੰਜਾਬ ਵਿੱਚ ਦੋ ਰਿਆਸਤਾਂ ਸਨ, ਨਾਭਾ ਰਿਆਸਤ ਤੇ ਪਟਿਆਲਾ ਰਿਆਸਤ। ਜਿਹੜੀ ਨਾਭਾ ਰਿਆਸਤ ਹੈ ਜਿੱਥੇ ਤੁਸੀਂ ਬੈਠੇ ਹੋ, ਇਹ ਨਾਭੇ ਰਿਆਸਤ ਦਾ ਹਿੱਸਾ ਸੀ। ਜਿਹੜੀ ਪਟਿਆਲਾ ਰਿਆਸਤ ਹੈ ਉਹ ਮਹਾਰਾਜਾ ਭੁਪਿੰਦਰ ਸਿੰਘ, ਜਿਹੜਾ ਅੰਗਰੇਜ਼ਾਂ ਦੇ ਇਸ਼ਾਰਿਆਂ ਤੇ ਅੰਗਰੇਜ਼ਾਂ ਦੀ ਮਰਜ਼ੀ ਨਾਲ ਚੱਲਦਾ ਸੀ। ਇਹ ਰਿਆਸਤ ਸਿੱਖ ਸੰਵਿਧਾਨ ਨਾਲ ਚੱਲਦੀ ਸੀ। ਹੁਣ ਗੋਰਿਆਂ ਨੂੰ ਪਤਾ ਸੀ ਵੀ ਇਹ ਜੇ ਰਾਜਾ ਸਿੱਖ ਸੰਸਕਾਰਾਂ ਨੂੰ ਸੰਭਾਲੂਗਾ ਤੇ ਪ੍ਰਜਾ ਤੱਕ ਬਹੁਤ ਛੇਤੀ ਗੱਲ ਲੈ ਜਾਏਗਾ। ਇਸ ਕਰਕੇ ਮਹਾਰਾਜਾ ਪਟਿਆਲਾ ਤੇ ਮਹਾਰਾਜਾ ਨਾਭਾ, ਜਿਹੜੇ ਉਸ ਵੇਲੇ ਮਹਾਰਾਜਾ ਰਿਪੁਦਮਨ ਸਿੰਘ ਜੀ ਉਸ ਵੇਲੇ ਉਸ ਰਾਜ ਗੱਦੀ ਤੇ ਸਨ, ਇਹਨਾਂ ਦੀ ਆਪਸੀ ਖਹਿਬਾਜ਼ੀ ਸ਼ੁਰੂ ਕਰਾ ਦਿੱਤੀ ਤੇ ਅਖੀਰ ਗੋਰੇ ਇਸ ਗੱਲ ਵਿੱਚ ਕਾਮਯਾਬ ਹੋ ਗਏ। ਉਹਨਾਂ ਨੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਲਾਹ ਦਿੱਤਾ। ਬਹਾਨਾ ਭਾਵੇਂ ਪਟਿਆਲੇ ਵਾਲੇ ਰਾਜੇ ਦਾ ਬਣਾਇਆ ਤੇ ਆਮ ਪਬਲਿਕ ਵਿੱਚ ਇਹ ਕਿਹਾ ਗਿਆ ਵੀ ਮਹਾਰਾਜਾ ਰਿਪੁਦਮਨ ਸਿੰਘ ਨੇ ਆਪਣੀ ਮਰਜ਼ੀ ਨਾਲ ਗੱਦੀ ਛੱਡੀ ਹੈ, ਤਿਆਗ ਪੱਤਰ ਵੀ ਲਿਖਾ ਲਿਆ। ਐਸਾ ਬਹੁਤ ਕੁਝ ਹੋ ਜਾਂਦਾ ਹੈ। ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਵੀ ਕਿਸੇ ਰਾਜੇ ਦੇ ਕੋਲੋਂ ਲੈਟਰ ਲਿਖਾ ਕੇ ਤੇ ਉਹਦੇ ਤੋਂ ਸਾਈਨ ਨਾ ਕਰਾ ਸਕਣ। ਤਾਕਤਵਰ ਬੰਦੇ ਬਹੁਤ ਕੁਝ ਕਰਾ ਲੈਂਦੇ ਹੁੰਦੇ, ਖਾਸ ਕਰਕੇ ਜਿਨ੍ਹਾਂ ਦਾ ਰਾਜ ਭਾਗ ਹੋਵੇ। ਤੇ ਉਦੋਂ ਹੋਰ ਖਤਰਨਾਕ ਗੱਲ ਹੋ ਜਾਂਦੀ ਹੈ ਜਦੋਂ ਆਪਣੇ ਵੀ ਵਿਰੋਧੀਆਂ ਨਾਲ ਰਲ ਜਾਣ, ਉਦੋਂ ਹੋਰ ਸਮੱਸਿਆ ਬਣ ਜਾਂਦੀ ਹੈ। ਔਰ ਖੈਰ ਮਹਾਰਾਜਾ ਰਾਜ ਗੱਦੀ ਤੋਂ ਲਾਏ ਗਏ। ਦੇਹਰਾਦੂਨ ਦੇ ਇਲਾਕੇ ਵਿੱਚ ਉਹਨਾਂ ਨੂੰ ਬੰਦੀ ਬਣਾ ਲਿਆ ਗਿਆ। ਇਸ ਚੀਜ਼ ਦਾ ਸਿੱਖਾਂ ਦੇ ਮਨਾਂ ਵਿੱਚ ਬੜਾ ਵੱਡਾ ਰੋਹ ਸੀ, ਕਿਉਂਕਿ ਰਾਜੇ ਨੇ ਸਿੱਖਾਂ ਦੇ ਹੱਕ ਵਿੱਚ ਹਾ ਦਾ ਨਾਅਰਾ ਮਾਰਿਆ ਸੀ। ਅੰਮ੍ਰਿਤਸਰ ਦੀ ਧਰਤੀ ਤੇ ਇੱਕ ਇਕੱਤਰਤਾ ਹੋਈ ਔਰ ਉਸ ਇਕੱਤਰਤਾ ਦੇ ਵਿੱਚ ਇੱਕ ਦਿਨ ਚੁਣਿਆ ਗਿਆ ਮਹਾਰਾਜਾ ਨਾਭਾ ਦੇ ਦਿਨ ਤੇ। ਔਰ ਉਸ ਦਿਨ ਨੂੰ ਜਦੋਂ ਚੁਣਿਆ ਗਿਆ ਤਾਂ ਅੰਗਰੇਜ਼ਾਂ ਨੂੰ ਇਹ ਗੱਲ ਸਮਝ ਲੱਗ ਗਈ ਵੀ ਜੇ ਇਹ ਗੱਲ ਸਿੱਖਾਂ ਦੇ ਹੱਥ ਵਿੱਚ ਆ ਗਈ, ਧਾਰਮਿਕ ਬੰਦਿਆਂ ਦੇ ਹੱਥ ਵਿੱਚ ਆ ਗਈ, ਤੇ ਉਹ ਜਾਣਦੇ ਸਨ ਵੀ ਸਿੱਖਾਂ ਨੂੰ ਹਰਾਉਣਾ ਬਹੁਤ ਔਖਾ ਹੈ। ਬਹੁਤ ਜ਼ੋਰ ਲਾਇਆ ਗਿਆ ਪਰ ਗੱਲ ਬਣੀ ਨਾ। ਉਹਦੇ ਤੋਂ ਪਹਿਲਾਂ ਇੱਕ ਘਟਨਾ ਇੱਥੇ ਵਾਪਰ ਚੁੱਕੀ ਸੀ ਵੀ ਜਦੋਂ ਸਾਕਾ ਨਨਕਾਣਾ ਦੇ ਸੰਬੰਧ ਵਿੱਚ ਵੱਖ-ਵੱਖ ਥਾਵਾਂ ਤੇ ਗੁਰਮਤਿ ਸਮਾਗਮ ਹੋਣੇ ਸਨ। ਵੱਖ-ਵੱਖ ਥਾਵਾਂ ਤੇ ਗੁਰਮਤਿ ਸਮਾਗਮ ਹੋ ਕੇ ਉਸ ਵਕਤ ਦੀਆਂ ਸਰਕਾਰਾਂ ਦੀਆਂ ਨੀਤੀਆਂ ਨੂੰ
सिख संगतां आम लोगों के सामने रखदियां सन। तो इस जगह ते अखंड पाठ रखा गया उहदी याद विच, साके ननकाणे की याद विच। ते गोरियां नूं इदां लग्या भी जे अखंड पाठ का भोग पै जाएगा तो सिखां दे मनां विच होर चढ़दी कला का प्रतीक ये गल होनी है। तो उन्होंने इस जगह ते आण के सरकारी तंत्र की ताकत नाल अखंड पाठ करदे उस वेले जेड़े अखंड पाठ की ड्यूटी ते सन सरदार भाई इंदर सिंह जी, उन्होंने पाठ करदियां ड्यूटी तो उठालिया गया, बेपत किया गया। तो गुरु ग्रंथ साहब पातशाह जी का अखंड पाठ अध विच अधूरा छड्ड के उस वेले पाठ की मर्यादा नूं भंग किया गया। हुण तुसीं अंदाज़ा लाओ भी असल च रियासत सिखां दी है, पर दखल अंदाजी कितनी कमाल दी है गोरियां दी। तो क्यों दखल अंदाजी है उहदे बारे मैं तुहाडे नाल जिक्र नाल कर रहा। वो दखल अंदाजी इस करके है क्योंकि तुसीं राज भाग विच दखल अंदाजी करदे हो। जे तुसीं राजिਆਂ ਨੂੰ मर्जी करदे हो फिर तुहाडे नाल कोई रौला नहीं है। जे तुहाडे बाबे की बाणी 'ਚ शब्द ना लिखे होण तख्त राजा सो बहै जो तख्ते लायक, अज तक भी फिट नहीं आउंदियां ये गल्लां। जे बाबे की बाणी 'ਚ शब्द ना लिखे होण खत्तरी ब्राह्मण शूद वैश उपदेश चौं वर्ना को साझा, पूरी दुनिया 'ਚ इको ही ग्रंथ है जिहदे 'ਚ लिखे है पूरे संसार दा अल्लाह, संसार दा रब एक है। खत्तरी ब्राह्मण शूद वैश उपदेश चौं वर्ना को साझा, वर्ना के हिसाब नाल उपदेश नहीं दिते जा सकते, पर इत्थे ते दिते जा सकते हैं। खैर गुरु के प्यारिओ, जदों अखंड पाठ की मर्यादा भंग की गई, सिखां ने पूरी तरह नाल उस वेले की श्रोमणी कमेटी, उस वेले का अकाली दल, हुण वाले दे अकाली दल का तो खैर ना लेना भी मैनूं लगदा कई बार बड़ा अजीब जिहा लगदा है भी अज ना वो श्रोमणी कमेटी रही है तो ना अज वो अकाली दल रहा। अज दा अकाली दल भी बदल गया तो अज दी श्रोमणी कमेटी भी बदल गई है। अज दी श्रोमणी कमेटी का माफ़ करियो किसी नूं गुस्सा लग जाए, 100 बार लग जाए, पर अज दे गुरद्वारा प्रबंध जिहड़ा गुरद्वारियां दा प्रबंध निज़ाम है ना बहुतियां दा, ਉਹਦਾ मतलब सिर्फ गुरुद्वारे की गोलक संभालना है। सिखां नाल की हुंदा है कोई फर्क नहीं पैंदा, समाज नाल की वापर रहा कोई फर्क नहीं पैंदा, दुनिया 'ਚ की हो रहा सानू फर्क नहीं पैंदा। इहदे नाल फर्क पैंदा भी साडी गोलक वध रही है कि नहीं वध रही, साडे नाल लोग सानू साडा गुजारा चल रहा है कि नहीं चल रहा। सैकंड हो सकती है गल, पर फर्स्ट गल यह है भी गुरु ग्रंथ साहब जी की विचारधारा चलनी चाहिए, पर नहीं होएगा इस तरह। खैर गुरु के प्यारिओ, जदों अखंड पाठ की मर्यादा भंग की गई, श्रोमणी कमेटी ने एक इकट्ठ किया और उस इकट्ठ में यह फैसला होया कि अकाल तख्त तो अरदासां करके जथे लगातार जैतो जाणगे, जिन्ना चिर तक असीं अखंड पाठ की मर्यादा बहाल नहीं करा लेंदे उन्ना चिर तक ये जथे लगातार जाते रहणगे। 25 सिखां का जथा पहला आया, दूजा जथा आया, तो उन्हां जथियां नूं इत्थे पहुंचण विच बहुत सारियां मुश्किलां आईयां। और एक होर बेनती मैं तुहाडे ध्यान च कर दियां, सिखां च तुसीं प्यार वेखो किदां दा होएगा। जथियां दे विच सिख शामिल हुंदे ने ते जथियां नूं तोड़न वाले उन्हां नालों सैकड़े वध सिख इकट्ठे होंदे ने अमृतसर की धरती ते। और इस संघर्ष विच, इस मोर्चे विच जदों बहुत वड्डी गिणती विच सिख जुड़ने शुरू होए तो उस वेले गोरी सरकार नूं, गोरी हुकूमत नूं ये लग्या भी जे सिख जुड़ते रहे इस तरह तो शायद किते असीं हार ना जाइए, शायद सानूं किते किसी मुश्किल का सामना ना करना पवे। तो उन्होंने सिखां ते अत्याचार करना शुरू करता। एक सिखां दा जथा जिन्हों बंदी बना लिया गया, उन्होंने बेपत भी किया गया। तो इतिहास के पन्नियां च आउंदा भी जैतों तो लगभग 250-300 किलोमीटर दूर जंगलों च जाके मार कुट के बुरी तरह नाल उन्हां दा नुकसान करके ते जंगलों च छड्ड दिता गया। वो फिर जथा वापस हौली हौली अपने परिवारों तक पहुँचे, अकाल तख्त तक पहुँचे। फिर यह फैसला होया भी हुण जथा लगभग 500 सिंघां दा जाएगा
ਤੇ ਇਸ ਜਥੇ ਦਾ ਨਾਮ ਰੱਖਿਆ ਜਾਏਗਾ ਸ਼ਹੀਦੀ ਜਥਾ। ਸ਼ਹੀਦੀ ਜਥਾ ਨਾਮ ਰੱਖਿਆ ਜਾਏਗਾ। ਔਰ 500 ਸਿੰਘਾਂ ਦਾ ਪਹਿਲਾ ਜਥਾ ਜਦੋਂ ਜੈਤੋ ਵੱਲ ਨੂੰ ਰਵਾਨਾ ਹੋਇਆ ਔਰ ਉਸ ਜਥੇ ਤੇ ਜੋ ਕਹਿਰ ਉਸ ਵਕਤ ਦੀ ਹਕੂਮਤ ਨੇ ਢਾਇਆ, ਉਸ ਵੇਲੇ ਪੰਜਾਬ ਦੇ ਵਿੱਚ ਨਾ ਇਹ ਬੋਲ ਪ੍ਰਚਲਿਤ ਹੋ ਗਏ ਸਨ, ਸਿਰ ਜਾਵੇ ਤੇ ਜਾਵੇ, ਅਸੀਂ ਨਾਭੇ ਜਾਵਾਂਗੇ ਜ਼ਰੂਰ, ਅਸੀਂ ਜੈਤੋ ਜਾਵਾਂਗੇ ਜ਼ਰੂਰ। ਹਰ ਪਿੰਡ ਵਿੱਚੋਂ ਇਹ ਆਵਾਜ਼ ਆਉਂਦੀ ਸੀ ਉਹਨਾਂ ਦਿਨਾਂ ਵਿੱਚ, ਸਿਰ ਜਾਵੇ ਤੇ ਜਾਵੇ, ਅਸੀਂ ਜੈਤੋ ਜਾਵਾਂਗੇ ਜ਼ਰੂਰ, ਅਸੀਂ ਨਾਭੇ ਜਾਵਾਂਗੇ ਜ਼ਰੂਰ। ਤੁਸੀਂ ਵੇਖੋ ਆਮ ਫਿਜ਼ਾਵਾਂ ਵਿੱਚ, ਆਮ ਘਰਾਂ ਵਿੱਚ, ਆਮ ਪਿੰਡਾਂ ਵਿੱਚ ਇਹ ਆਵਾਜ਼ ਗੂੰਜ ਰਹੀ ਸੀ। ਖੈਰ ਚਲਦਿਆਂ ਚਲਦਿਆਂ ਹੌਲੀ ਹੌਲੀ ਜਦੋਂ ਉਹਨਾਂ ਦੇ ਜ਼ੁਲਮ ਵੱਧਦੇ ਗਏ, ਸਿੱਖਾਂ ਦਾ ਸਿਦਕ ਵੱਧਦਾ ਗਿਆ, ਸਿੱਖ ਉਸ ਸਿਦਕ ਵਿੱਚ ਪੱਕੇ ਹੋਏ। ਬਹੁਤ ਸਾਰੀਆਂ ਲਾਸ਼ਾਂ, ਬਹੁਤ ਸਾਰੀਆਂ ਮ੍ਰਿਤਕ ਦੇਹਾਂ ਜਿਹੜੇ ਜਥੇ ਵਿੱਚ ਆਏ ਸਨ, ਉਹਨਾਂ ਦੀਆਂ ਆਪਣੇ ਹੱਥਾਂ ਤੇ ਚੁੱਕ ਕੇ ਪਰਿਵਾਰ ਲੈ ਕੇ ਜਾਂਦੇ ਰਹੇ। ਔਰ ਇੱਥੋਂ ਤੱਕ ਵੀ ਇਤਿਹਾਸ ਦੇ ਪੰਨਿਆਂ 'ਚ ਜ਼ਿਕਰ ਆਉਂਦਾ ਹੈ ਵੀ ਜਦੋਂ 500 ਸਿੰਘਾਂ ਦਾ ਜਥਾ ਇਹਨੂੰ ਤੁਰਦਾ ਸੀ ਨਾ ਜੈਤੋ ਵੱਲ ਨੂੰ, ਤੇ ਲਗਭਗ 40-40 ਹਜ਼ਾਰ ਸਿੱਖ ਉਹਨਾਂ ਨੂੰ ਅਕਾਲ ਤਖਤ ਤੇ ਜਥੇ ਨੂੰ ਤੋਰਨ ਆਉਂਦੇ ਸਨ। ਤੇ ਉਸ ਜਥੇ ਵਿੱਚ ਨਾ ਇੱਕ ਖਾਸ ਗੱਲ ਹੋਰ ਸੀ, ਕਿੱਦਾਂ ਦੇ ਸਿੱਖਾਂ ਦਾ ਪਿਆਰ ਹੋਏਗਾ। ਜਥੇ ਵਿੱਚ ਸ਼ਾਮਲ ਹੋਣ ਲਈ ਸਿੱਖ ਹਰ ਥਾਂ ਤੇ ਖੜੇ ਹੁੰਦੇ ਸਨ ਤੇ ਅਕਾਲ ਤਖਤ ਦੇ ਹੁਕਮ ਕੀਤੇ ਜਾਂਦੇ ਸੀ ਵੀ ਰਸਤੇ ਵਿੱਚ ਜਥੇ ਦੀ ਸੇਵਾ ਤੇ ਕੋਈ ਵੀ ਕਰ ਸਕਦਾ, ਪਰ ਜਥੇ ਨਾਲ ਕੋਈ ਨਾ ਜਾਏ। ਤੁਸੀਂ ਅੰਦਾਜ਼ਾ ਲਾਓ ਕਿੰਨੀ ਕੁ ਦ੍ਰਿੜਤਾ ਹੋਣੀ ਹੈ ਸਿੱਖਾਂ ਦੇ ਅੰਦਰ ਵੀ ਹਰ ਥਾਂ ਤੋਂ ਜਥੇ ਵਿੱਚ ਸ਼ਾਮਲ ਹੋਣ ਲਈ ਤਿਆਰ ਸਨ। ਤੇ ਇਹ ਹੁਕਮ ਕਰਨਾ ਪੈਂਦਾ ਸੀ। ਇਸ ਹੁਕਮ ਦੀ ਤਮੀਲ ਹੁੰਦੀ ਸੀ ਬਕਾਇਦਾ ਵੀ ਰਸਤੇ 'ਚੋਂ ਕੋਈ ਨਾਲ ਰਲਣਾ ਨਹੀਂ ਚਾਹੀਦਾ। ਔਰ ਉਹਨਾਂ ਜਥਿਆਂ ਨੇ ਅਖੀਰ ਇਹ ਨਹੀਂ ਵੀ ਇਕੱਲੇ ਉਹ ਪੰਜਾਬ 'ਚੋਂ ਜਥੇ ਆਉਂਦੇ ਸਨ, ਜਿੱਥੇ ਪੰਜਾਬ 'ਚੋਂ ਵੱਖ-ਵੱਖ ਥਾਵਾਂ 'ਚੋਂ ਜਥੇ ਆਉਣੇ ਸ਼ੁਰੂ ਹੋਏ, ਉੱਥੇ ਇਸ ਸੰਘਰਸ਼ ਵਿੱਚ ਇੱਕ ਜਥਾ 100 ਸਿੰਘ ਦਾ ਬੰਗਾਲ 'ਚੋਂ ਆਇਆ, ਕਲਕੱਤੇ ਤੋਂ ਚੱਲਿਆ। ਉਹ ਵੀ ਅਕਾਲ ਤਖਤ ਤੇ ਪਹੁੰਚ ਕੇ ਇੱਥੇ ਆਇਆ। 11 ਸਿੰਘਾਂ ਦਾ ਜਥਾ ਕੈਨੇਡਾ ਤੋਂ ਆਇਆ, ਕੁਝ ਸਿੰਘਾਂ ਦਾ ਜਥਾ ਹਾਂਗਕਾਂਗ ਤੋਂ ਆਇਆ, ਕੁਝ ਸਿੰਘਾਂ ਦਾ ਜਥਾ ਉਸ ਵੇਲੇ ਸ਼ੰਘਾਈ ਜਿਹੜਾ ਚੀਨ ਵਿੱਚ ਹੈ ਉੱਥੋਂ ਆਇਆ। 3 ਜਥੇ ਆਊਟ ਆਫ ਕੰਟਰੀੋਂ ਆਏ। ਔਰ ਇਸ ਸੰਘਰਸ਼ ਨੂੰ ਉਸ ਵੇਲੇ ਅਮਰੀਕਾ ਦੀਆਂ ਜਿਹੜੀਆਂ ਵੱਡੀਆਂ ਅਖਬਾਰਾਂ ਸੀ ਉਹਨਾਂ ਵਿੱਚ ਛਾਪਿਆ ਜਾ ਰਿਹਾ ਸੀ। ਤੁਸੀਂ ਅੰਦਾਜ਼ਾ ਲਾਇਓ, ਧਿਆਨ ਨਾਲ ਸਮਝਿਓ ਗੱਲ ਨੂੰ। ਹੁਣ ਮੈਂ ਗੱਲ 1923 ਦੀ ਕਰ ਰਿਹਾ। ਸਾਧਨ ਨਹੀਂ ਸਨ ਬਹੁਤੇ ਜ਼ਿਆਦੇ ਕੋਈ ਸਾਡੇ ਕੋਲ। ਉਹਨਾਂ ਵੇਲਿਆਂ 'ਚ ਵੀ ਤੁਹਾਡੇ ਬਜ਼ੁਰਗਾਂ ਨੇ ਚੌਂਕੜੇ ਮਾਰ ਕੇ ਬਿਨਾਂ ਹੱਥਾਂ ਵਿੱਚ ਹਥਿਆਰ ਫੜਿਆ, ਬਿਨਾਂ ਕਿਸੇ ਤਰ੍ਹਾਂ ਦੀ ਕੋਈ ਹਿੰਸਾ ਕੀਤਿਆਂ ਇਸ ਮੋਰਚੇ 'ਚ ਅਹਿਸਾਸ ਕਰਾਤਾ ਸੀ ਵੀ ਤੁਸੀਂ ਜ਼ੋਰ ਤੇ ਧੱਕੇ ਨਾਲ ਸਿੱਖ ਨੂੰ ਦਬਾ ਨਹੀਂ ਸਕਦੇ। ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਸਿੱਖ ਦਬਾਇਆ ਨਹੀਂ ਜਾ ਸਕਦਾ। ਤੇ ਅਖੀਰ 1925 ਵਿੱਚ 10 ਮਹੀਨੇ ਦੇ ਲਗਾਤਾਰ ਸੰਘਰਸ਼ ਤੋਂ ਬਾਅਦ ਇਸ ਜਗ੍ਹਾ ਤੇ ਬਕਾਇਦਾ ਦੁਬਾਰਾ ਗੋਰੀ ਹਕੂਮਤ ਨੂੰ, ਬ੍ਰਿਟਿਸ਼ ਸਰਕਾਰ ਨੂੰ ਆਪਣੇ ਹੁਕਮ ਵਾਪਸ ਲੈਣੇ ਪਏ। ਹਾਲਾਂਕਿ ਇਹ ਗੱਲ ਗੋਰੀ ਸਰਕਾਰ 1924 ਵਿੱਚ ਹੀ ਮੰਨ ਗਈ ਸੀ ਵੀ ਕੁਝ ਅਸੀਂ ਸ਼ਰਤਾਂ ਰੱਖ ਦਿੰਦੇ ਹਾਂ, ਉਹਨਾਂ ਸ਼ਰਤਾਂ ਦੇ ਅਧੀਨ ਤੁਸੀਂ ਅਖੰਡ ਪਾਠ ਰੱਖ ਲਓ ਤੇ ਉਹਦਾ ਭੋਗ ਪਾ ਲਓ। ਸਿੱਖਾਂ ਨੇ ਕਿਹਾ ਕੋਈ ਵੀ ਸ਼ਰਤ ਸਾਨੂੰ ਪ੍ਰਵਾਨ ਨਹੀਂ ਹੈ, ਅਸੀਂ ਆਪਣੀ ਮਰਜ਼ੀ ਨਾਲ ਅਖੰਡ ਪਾਠ ਰੱਖਣਾ ਹੈ ਤੇ ਆਪਣੀ ਮਰਜ਼ੀ ਨਾਲ ਸਮਾਪਤੀ ਕਰਨੀ ਹੈ, ਜੋ ਸਾਡੇ ਦਿਲ ਆਏਗੀ ਅਸੀਂ ਉਹ ਕਰਨੀ ਹੈ। ਤੁਹਾਡੇ ਕਿਸੇ ਬੰਦੇ ਦੀ ਵੀ ਸਾਨੂੰ ਕੋਈ ਵੀ ਸ਼ਰਤ ਕਿਸੇ ਵੀ ਤਰ੍ਹਾਂ ਦੀ ਪ੍ਰਵਾਨ ਨਹੀਂ ਹੈ। 1925 ਵਿੱਚ ਇਹ ਮੋਰਚਾ ਸਫਲ ਹੋਇਆ ਤੇ ਪੂਰੀ ਦੁਨੀਆ ਭਰ ਦੀਆਂ ਅਖਬਾਰਾਂ ਨੇ ਦੱਸਿਆ, ਪੂਰੀ ਦੁਨੀਆ ਭਰ ਦੇ ਬੁੱਧੀਜੀਵੀਆਂ ਨੇ ਇਹਦਾ ਸਹੀ ਅਰਥਾਂ ਜਦੋਂ ਵਿਸ਼ਲੇਸ਼ਣ ਕੀਤਾ ਤੇ ਉਹਨਾਂ ਨੇ ਕਿਹਾ
दुनिया 'च कोई ऐसी कौम भी है जिहड़ी वड्डे तो वड्डे जुल्म दा, वड्डे तो वड्डे पापी बंदे दा, वड्डे तो वड्डे अत्याचार करने वाले बंदे दा हाथ जोड़ के भी मूँह पुआ सकती है, हाथ जोड़ के भी। लड़के तो खैर जो असीं लड़न की गल करते हैं वो तो वक्रे विषय का इतिहास बदलना जानता, क्योंकि साडे ते समय का वैण नहीं पैंदा। किदां दे वो अकाली होणगे, किदां दे वो मर्द अगंबड़े जोधे होणगे जिन्हां ने 1 साल 10 महीने अपने घरां दे मूँह नहीं वेखे, अपने घरां वाल नहीं वेखिया। ते एक बड़ी प्यारी स्वादली गल इतिहास की होर उस कड़ी दी भी उस शहीदी जथे विच एक भैन शामिल हुई, भैन बलवीर कौर जी का नाम इतिहासकारां ने लिखिया, भैन बलवीर कौर जिहदा दुध पींदा बच्चा नाल है। आम करके जदों किते धर्म की समाज नूं बदलण दी गल चले ना तो साडे कोल एक बहाना हुंदा है, असीं कहने अजे बच्चे निआणे ने, बच्चे सियाणे हो जाणगे फिर सोचांगे। तो मैं बड़ी बार कहना होना बच्चे सियाणे कदी भी नहीं होने, जिदन बच्चे सियाणे होने ने उदन पोतरे निआणे होने ने, ये नहीं लड़ी मुकदी हुंदी कदे भी। ते जिहड़े बंदे बहाना घड़न लग जाण ना भी आ हो जाएगा फिर असीं कुछ करांगे, वो कदी कुछ नहीं कर सकते हुंदे। जिंदगी चों बहाने कड्डोगे तो कामयाब हो। असीं बहुत बहाने करदे आ, बहुत बहाने। कई बंदियां दा सवेरे जिन्हां दा उठण नूं जी नहीं ना करदा वो कहंदे नींद सवेरे ज़्यादा वधिया आउंदी, वो बहाना नींद दा लाउंदे ने, अपनी कमजोरी नहीं मनदे। जिहड़े बंदे दा जिहड़े भी बंदे दा कुछ करन नूं जी नहीं करदा उहनूं बहाने आर्गूमेंट बहुत घड़ लैंदा है उहदे। तुसीं कदी 4 बंदियां च बह जाओ ना तो लोग पता की कहणगे, जो मर्जी हो जाए दुनिया नहीं बदल सकती। ऐं करते ना गल्लां, जो मर्जी हो जाए दुनिया। तो जे उन्होंने कोई पूछे भी तू बदल सकता है, तू अपनी दस, तो वो कहता मैं भी तो दुनिया च ही आना, फिर दुनिया किवें बदल जाए? तुहानूं की लगता है किदां बदल जाएगी दुनिया जदों असी अमल ही नहीं करना चाहते उहदे ते? चाहिदा तां इह सी भी इहो जिहे इतिहास जदों तुसीं अपनी बुक्कड़ च समोई बैठे हो, इहो जिहे इतिहास दे वर्गे तुसीं अपने विरासत दे पन्ने संभाली बैठे हो, जिथे एडे एडे वड्डे संघर्ष करके तुसीं दुनिया के तख्ते तो इतिहास की रूपरेखा ही बदली है। तो उस वेले जदों तुसीं ये कहो भी अज नहीं दुनिया नूं बदलिया जा सकदा, अज तां दुनिया ही चलदी है, समाज तां हुण हो ही इदां दा गया, ये मनना पैना है। असल में असीं समाज विच रहिंदिआं हौली हौली समाज वर्गे हो गए। सिख नहीं ऐ मनदा हुंदा कदे भी। सिख ऐ मनदा मैं कल्ला भी होवां ना मैं दुनिया बदल सकदा, कल्ला एक भी होवां मैं दुनिया बदलण दी समर्था रखदा। वो भैन बलवीर कौर जदों जथे विच शामिल हुई तो उन्होंने जथे दे मुखी ने कहा, भैणे तेरा बच्चा छोटा है, तू इस जथे विच ना जा। वो कहन लगी भी ये कोई विधान है भी जिहदा बच्चा छोटा होवे वो जथे च शामिल नहीं हो सकता? तो उस वेले जिहड़े मुखी सन उन्होंने कहा विधान तो नहीं है, पर मैं तां कह रहा क्योंकि इस जथे का नाम शहीदी जथा है। ते शहीदी जथा मतलब जे तैनू कुछ हो गया तो तेरे बच्चे का ख्याल कौन रखेगा, तेरे बच्चे की परवरिश कौन करेगा, या तेरे बच्चे की देखभाल कौन करेगा? इतिहास के पन्ने कहते ने उस बेबे ने, उस भैन ने बच्चा पिठ ते बन्निया होया सी, जथे च शामिल होण नहीं, उन्हें बच्चा पिठ तो खोलिया अपने अगले बन्ने बन लिया। तो उस वेले दे मुखी सेवादार नूं कहण लगी, जथेदार साहब जी हुण ठीक है, वजन वाली गोली मेरे नालों पहला मेरे बच्चे दे सीने विच वजेगी, मैं अपनी अखां दे सामने इहदी सेवा संभाल कर जावां। किदां दे जज्बे होणगे उन्हां मावां दे, किदां दा दृढ़ता, किदां दी निश्चय होएगी उन्हां बजुर्गां दी, साडिआं दी। तुहाडे पुरखे किदां दे होणगे हो? और वो तां ही ने क्योंकि उन्होंने इतिहास सिरजना है। असी इतिहास समझना भी नहीं है, ध्यान नाल सिरजना तो खैर बहुत वड्डी गल होंदी है भी तुसीं इतिहास सिरजो,
ਅੱਜ ਤੇ ਜੇ ਅਸੀਂ ਇਤਿਹਾਸ ਸੰਭਾਲਣ ਹੀ ਲੱਗ ਜਾਈਏ ਨਾ, ਆਪਣੇ ਇਤਿਹਾਸ ਦੀ ਕਦਰ ਹੀ ਕਰਨ ਲੱਗ ਜਾਈਏ, ਪੰਜਾਬ ਦੇ ਲੋਕ ਆਪਣੇ ਇਤਿਹਾਸ ਦੇ ਵਰਕਿਆਂ ਨੂੰ ਫਰੋਲਣ ਹੀ ਲੱਗ ਜਾਣ, ਤੇ ਬਹੁਤ ਕੁਝ ਖੱਟਿਆ ਜਾ ਸਕਦਾ। ਜਦੋਂ ਕਈ ਬੰਦੇ ਕਹਿੰਦੇ ਨੇ ਅੱਜ ਨਾ ਜੀ ਨਸ਼ੇ ਦਾ ਬਹੁਤ ਬੋਲਬਾਲਾ ਹੈ, ਤੇ ਮੈਂ ਬੜਾ ਹੈਰਾਨ ਹੁੰਨਾ, ਜਿਹੜੇ ਬੰਦਿਆਂ ਨੂੰ ਵਰਦੀਆਂ ਗੋਲੀਆਂ ਵਿੱਚ ਕੋਈ ਨਹੀਂ ਮੁਕਾ ਸਕਿਆ, ਜਿਹੜੇ ਬੰਦਿਆਂ ਨੂੰ ਟੈਂਕਾਂ ਤੇ ਤੋਪਾਂ ਗਾੜੀ ਖੜੇ ਕਰਕੇ ਨਹੀਂ ਮੁਕਾਇਆ ਗਿਆ, ਜਿਹੜੇ ਬੰਦੇ ਦੁਨੀਆ ਦੇ ਨਕਸ਼ੇ ਤੇ ਆਪਣਾ ਇਤਿਹਾਸ ਸਿਰਜ ਗਏ, ਉਹਨਾਂ ਬੰਦਿਆਂ ਨੂੰ ਨਸ਼ਿਆਂ ਦੇ ਰਾਹੀਂ ਵੀ ਮੁਕਾਇਆ ਜਾ ਸਕਦਾ ਹੈ। ਇਹ ਤੇ ਬੜੀ ਅਜੀਬ ਗੱਲ ਹੈ, ਤੇ ਬੜੀ ਹਾਸੋਹੀਣੀ ਗੱਲ ਹੈ। ਇਸ ਲਈ ਮੈਂ ਬੇਨਤੀ ਕੀਤੀ ਸੀ ਵੀ ਧਿਆਨ ਨਾਲ ਸਮਝਣਾ ਪੈਣਾ ਤੁਹਾਨੂੰ ਆਪਣੇ ਬਜ਼ੁਰਗਾਂ ਦੀਆਂ ਬਾਤਾਂ ਨੂੰ। ਜੇ ਤੁਸੀਂ ਇਸ ਸਮਾਗਮ ਵਿੱਚ ਸ਼ਾਮਲ ਹੋਏ ਹੋ, ਤੁਸੀਂ ਗੁਰੂ ਦਾ ਜਸ ਸੁਣ ਰਹੇ ਹੋ, ਤੇ ਇਹਨੂੰ ਅਮਲ ਵਿੱਚ ਲਿਆਓ। ਆਓ ਆਪਣੇ ਆਪ ਨੂੰ ਬਦਲਣ ਦਾ ਯਤਨ ਕਰੀਏ। ਆਓ ਇਸ ਗੱਲ ਨੂੰ ਅਮਲ ਵਿੱਚ ਲਿਆਈਏ ਕਿ ਉਸ ਅੱਲਾਹ ਤਾਲਾ ਨੇ ਸਾਰੀ ਸ੍ਰਿਸ਼ਟੀ ਨੂੰ ਇੱਕੋ ਜਿਹਾ ਰਚਿਆ। ਅਸੀਂ ਇੱਥੇ ਗਰੀਬੀ ਅਮੀਰੀ ਦਾ, ਅਸੀਂ ਵੱਡੇ ਛੋਟੇ ਦਾ, ਅਸੀਂ ਜਾਤ ਦਾ ਪਾੜਾ ਇਸ ਦੁਨੀਆ 'ਚ ਪੈਦਾ ਨਹੀਂ ਹੋਣ ਦੇਣਾ। ਜੇ ਇਹ ਪਾੜੇ ਇਸ ਧਰਤੀ ਤੇ ਵੀ ਪੈਦਾ ਹੋ ਗਏ, ਇੱਕ ਬੇਨਤੀ ਹੋਰ ਧਿਆਨ ਨਾਲ ਸਮਝ ਲਿਓ, ਇਹੋ ਜਿਹੇ ਇਤਿਹਾਸ ਸਿਰਜਣ ਤੋਂ ਬਾਅਦ ਅਸਲ ਵਿੱਚ ਵੱਡੀ ਗੱਲ ਜਿਹੜੀ ਗੁਰੂ ਸਾਹਿਬਾਨ ਨੇ ਸਾਡੀ ਝੋਲੀ ਵਿੱਚ ਪਾਈ ਹੈ, ਉਹ ਇਸੇ ਕਰਕੇ ਹੀ ਪਾਈ ਹੈ ਕਿ ਕਿਤੇ ਇਹ ਨਾ ਹੋਵੇ ਦੁਨੀਆ ਦੇ ਨਕਸ਼ੇ ਤੇ, ਦੁਨੀਆ ਦੇ ਇਤਿਹਾਸ ਵਿੱਚ ਇਹ ਗੱਲਾਂ ਲਿਖੀਆਂ ਜਾਣ ਵੀ ਜਦੋਂ ਕੋਈ ਜ਼ੁਲਮ ਕਰਨ ਵਾਲਾ ਮਹਾਨ ਹੋਇਆ, ਉਦੋਂ ਜ਼ੁਲਮਾਂ ਨੂੰ ਠੱਲਣ ਵਾਲਾ ਕੋਈ ਮਹਾਨ ਕਿਉਂ ਨਹੀਂ ਹੋਇਆ। ਤੇ ਜਦੋਂ ਜ਼ੁਲਮ ਕਰਨ ਵਾਲਿਆਂ ਦਾ ਇਤਿਹਾਸ ਲਿਖਿਆ ਜਾਏਗਾ, ਉਦੋਂ ਜ਼ੁਲਮ ਨੂੰ ਠੱਲਣ ਵਾਲਿਆਂ ਦਾ ਇਤਿਹਾਸ ਵੀ ਲਿਖਿਆ ਜਾਏਗਾ, ਜ਼ੁਲਮ ਨੂੰ ਰੋਕਣ ਵਾਲਿਆਂ ਦਾ ਇਤਿਹਾਸ ਵੀ ਲਿਖਿਆ ਜਾਏਗਾ। ਤੇ ਅੱਜ ਅਸੀਂ ਚੇਤੇ ਕਰ ਰਹੇ ਹਾਂ ਉਸ ਇਤਿਹਾਸ ਦੇ ਵਰਕੇ ਨੂੰ। ਇਸ ਲਈ ਜ਼ਰੂਰੀ ਬਣ ਜਾਂਦਾ ਵੀ ਤੁਸੀਂ ਗੁਰੂ ਸਾਹਿਬ ਜੀ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਕਰੋ, ਇਹਨਾਂ ਨੂੰ ਅਮਲ ਵਿੱਚ ਲਿਆਉਣ ਦਾ ਯਤਨ ਕਰੋ। ਅਸੀਂ ਸੁਣਨ ਦਾ ਸੁਭਾਅ ਨਹੀਂ ਬਣਾ ਪਾਏ, ਇਸ ਕਰਕੇ ਬਹੁਤ ਕੀਰਤਨ ਹੋ ਰਹੇ ਨੇ, ਬਹੁਤ ਕਥਾ ਹੋ ਰਹੀ ਹੈ, ਬਹੁਤ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ, ਪਰ ਸਿੱਖ ਦਾ ਜਿਹੜਾ ਸੁਭਾਅ ਹੈ, ਸਾਡਾ ਜਿਹੜਾ ਸੰਸਕਾਰ ਹੈ, ਸਾਡੀਆਂ ਜਿਹੜੀਆਂ ਆਦਤਾਂ ਨੇ ਉੱਥੇ ਦੀਆਂ ਉੱਥੇ ਹੀ ਖੜੀਆਂ ਨੇ। ਸਾਡੇ 'ਚ ਝੂਠ ਦੀ ਮਿਕਦਾਰ ਨਹੀਂ ਘਟ ਰਹੀ, ਸਾਡੇ 'ਚ ਨਫ਼ਰਤ ਦਾ ਬੋਲਬਾਲਾ ਨਹੀਂ ਘਟ ਰਿਹਾ, ਸਾਡੇ 'ਚ ਈਰਖਾ ਤੇ ਸਾੜੇ ਨਹੀਂ ਘਟ ਰਹੇ। ਸਿਰ ਤੇ ਪੱਗ ਬੰਨਣ ਵਾਲੇ ਬੰਦੇ ਨੂੰ ਇਹ ਪਤਾ ਹੀ ਨਹੀਂ ਵੀ ਪੱਗ ਦੀ ਕੀਮਤ ਕੀ ਹੈ। ਉਹ ਇਹ ਸੋਚਦਾ ਦੁਕਾਨੋਂ 5-7 ਮੀਟਰ ਕੱਪੜਾ ਲਿਆਈਦਾ ਤੇ ਸਿਰ ਤੇ ਬੰਨ੍ਹ ਲਈਦਾ, ਉਹਨੂੰ ਨਹੀਂ ਪਤਾ ਇਸ ਪੱਗ ਦੇ ਪਿੱਛੇ 350 ਸਾਲ ਦਾ ਇਤਿਹਾਸ ਖਲੋਤਾ ਹੈ। ਇਹ ਪੱਗ ਫਤਿਹ ਸਿੰਘ ਨੇ ਸਰਹੱਦ ਦੀਆਂ ਨੀਹਾਂ 'ਚ ਆਪਣੇ ਸਿਰ ਤੇ ਸਜਾ ਕੇ ਦੱਸੀ ਸੀ ਵੀ ਜਿੰਨਾ ਚਿਰ ਇਹ ਪੱਗ ਹੈ, ਉਹਨਾਂ ਚਿਰ ਤੱਕ ਤੁਸੀਂ ਕਿਸੇ ਨਾਲ ਜ਼ੁਲਮ ਨਹੀਂ ਕਰ ਸਕਦੇ। ਤੋਤਲੀ ਦੀ ਜ਼ੁਬਾਨ 'ਚ ਫਤਿਹ ਸਿੰਘ ਤੋਤਲੀ ਜ਼ੁਬਾਨ ਵਿੱਚ ਵਜ਼ੀਰ ਖਾਨ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਹਿੰਦਾ, ਵਜੀਦਿਆ ਜਿੰਨਾ ਚਿਰ ਤੱਕ ਗੁਰੂ ਨਾਨਕ ਦੇ ਧੀਆਂ ਪੁੱਤ ਜੀਂਦੇ ਨੇ, ਤੇਰੇ ਜ਼ੁਲਮ ਨੂੰ ਠੱਲਣ ਲਈ ਇਹ 2 ਬੱਚੇ ਹੀ ਕਾਫੀ ਨੇ। ਬਹੁਤੇ ਨਾਮ ਹੀ ਹੋਣ ਕੋਈ ਗੱਲ ਨਹੀਂ, 2 ਹੀ ਬੜੇ। ਤੇ ਜੇ ਤੈਨੂੰ ਇਹ ਲੱਗਦਾ ਹੈ ਵੀ ਮੇਰਾ ਜ਼ੁਲਮ ਚੱਲ ਜਾਏਗਾ, ਸਾਰੀ ਦੁਨੀਆ ਛੱਡ, ਤੂੰ ਕਲਗੀਆਂ ਵਾਲੇ ਦੇ ਇਹਨਾਂ ਨਿੱਕੇ ਨਿੱਕੇ ਬੱਚਿਆਂ ਤੇ ਆਪਣਾ ਜ਼ੁਲਮ ਚਲਾ ਕੇ ਵਿਖਾ ਦੇ, ਆਪਣਾ ਰੋਬ ਪਾ ਕੇ ਵਿਖਾ ਦੇ। ਤੇਰਾ ਜੇ ਰੋਬ ਅਸੀਂ 2 ਬੱਚੇ ਚੱਲ ਜਾਈਏ ਤੇ ਮਰ ਜਾਵਾਂਗੇ ਵੀ ਤੇਰੇ 'ਚ ਰੁਤਬਾ ਹੈਗਾ, ਤੇਰਾ ਟੌਰ ਹੈਗਾ, ਤੇਰੇ 'ਚ ਸੱਚੀ ਮੁੱਚੀ ਕੋਈ ਗੱਲ ਨਹੀਂ। ਤਾਂ ਤੁਸੀਂ ਹੈਰਾਨ ਨਹੀਂ ਹੁੰਦੇ 3 ਦਿਨ ਪੇਸ਼ੀ ਕਾਹਦੇ ਲਈ ਪਾਉਂਦਾ ਰਿਹਾ ਵਜੀਦਾ, ਇਸੇ ਕਰਕੇ ਵੀ ਕਿਤੇ ਤੇ ਬੱਚੇ ਝੁਕ ਜਾਣਗੇ ਨਾ, ਕਿਤੇ ਤੇ ਬੱਚੇ ਨਿਉ ਜਾਣਗੇ ਨਾ, ਕਿਤੇ ਤੇ ਕਹਿਣਗੇ ਨਾ ਬੱਚੇ ਵੀ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਹੋ ਕਰ ਲੈਨੇ। ਤੇ ਕਿਹੜਾ ਡਰ ਤੇ ਕਿਹੜਾ ਲਾਲਚ ਸੀ ਜਿਹੜਾ ਬੱਚਿਆਂ ਨੂੰ ਨਹੀਂ ਦਿੱਤਾ ਗਿਆ। ਨਹੀਂ ਡੋਲੇ, ਨਹੀਂ ਲਾਲਚ ਵਿੱਚ ਆਏ। ਤੇ ਅੱਜ ਸਾਨੂੰ ਬੱਚਾ ਸਕੂਲ ਪੜ੍ਹਨ ਜਾਂਦਾ ਹੈ, ਉਹਨੂੰ ਉਹਦਾ ਇੱਕ ਦੋਸਤ ਲਾਲਚ ਦੇ ਦਿੰਦਾ, ਛੱਡ ਖੈੜਾ ਪੜ੍ਹਨ ਦਾ, ਆ ਜਾ ਚੱਲਦੇ ਆ ਬਾਹਰ ਨਜ਼ਾਰੇ ਲੈਨੇ ਆ। ਅਗਲਾ ਕਹਿੰਦਾ ਆ ਤੇ ਵਧੀਆ ਗੱਲ ਹੈ। ਸਕੂਲ ਦੀ ਪੜ੍ਹਾਈ ਨਜ਼ਾਰਿਆਂ ਦੇ ਬਦਲੇ ਛੱਡਤੀ। ਨਜ਼ਾਰੇ ਵੀ ਕਿਹਨੂੰ ਕਹਿ ਰਿਹਾ? ਜਿਹੜਾ ਸਕੂਲ ਛੱਡਣਾ ਹੈ। ਕਿੱਡੀ ਅਜੀਬ ਗੱਲ ਹੈ। ਅਸੀਂ ਵਿਆਹਾਂ ਸ਼ਾਦੀਆਂ ਤੇ ਸਿੱਖ ਖਵਾਉਣ ਵਾਲੇ ਬੰਦੇ, ਜਿਹੜਾ ਕਹਿੰਦਾ ਮੈਂ ਗੁਰਦੁਆਰੇ ਜਾਣਾ ਮੱਥਾ ਟੇਕਦਾ, ਉਹ ਆਪਣੇ ਵਿਆਹ ਸ਼ਾਦੀ ਤੇ ਨਸ਼ੇ ਵਰਤਾ ਰਿਹਾ ਤੇ ਕਹਿ ਰਿਹਾ ਵੀ ਇਹਦੇ ਜਿੰਨਾ ਤਾਂ ਸਵਾਦ ਹੀ ਦੁਨੀਆ 'ਚ ਕੋਈ ਨਹੀਂ ਹੈ। ਹੈਰਾਨਗੀ ਦੀ ਗੱਲ ਹੈ, ਸਿੱਖ ਦੇ ਮੂੰਹੋਂ ਵੀ ਇਹ ਸ਼ਬਦ ਨਿਕਲਣਗੇ ਕਦੇ? ਸਿੱਖ ਤੇ ਕਹਿੰਦਾ ਸੀ ਤੱਤੀ ਤਵੀ ਤੇ ਬਹਿਣ ਵਰਗਾ ਨਜ਼ਾਰਾ ਕੋਈ ਨਹੀਂ।
ਇਹ ਕਹਿੰਦੇ ਨੇ ਵਿਆਹਾਂ 'ਚ ਸ਼ਰਾਬ ਪੀਉਣ ਵਾਲਾ ਨਜ਼ਾਰਾ ਕੋਈ ਨਹੀਂ। ਤਾਂ ਤੁਸੀਂ ਉਸ ਕਿਰਦਾਰ ਨੂੰ ਜਿੰਨਾ ਚਿਰ ਜਿਉਂਦਾ ਨਹੀਂ ਰੱਖੋਗੇ, ਉਸ ਕਰੈਕਟਰ ਨੂੰ ਪੈਦਾ ਨਹੀਂ ਕਰੋਗੇ ਜਿੰਨਾ ਚਿਰ ਤੱਕ, ਉਹਨਾਂ ਚਿਰ ਤੱਕ ਇਤਿਹਾਸ ਨੇ ਤੁਹਾਡੇ ਤੇ ਸਵਾਲ ਕਰਦਾ ਹੀ ਰਹਿਣਾ। ਮੈਂ ਬੜੀ ਵਾਰ ਬੇਨਤੀ ਕਰਦਾ ਹੁੰਨਾ, ਹੋਣਾ ਇਹ ਚਾਹੀਦਾ ਸੀ ਪੂਰੀ ਦੁਨੀਆ ਦੇ ਲੋਕ ਪੰਜਾਬ ਵੇਖਣ ਆਉਂਦੇ ਵੀ ਜਿਹੜਾ ਗੁਰਾਂ ਨੇ ਪੰਜਾਬ ਵਸਾਇਆ ਕਿੱਦਾਂ ਦਾ ਹੋਣਾ ਹੈ। ਉਹ ਸੱਚੀ ਮੁੱਚੀ ਪੂਰੀ ਦੁਨੀਆ 'ਚ ਵੇਖਣ ਆਉਂਦੇ ਲੋਕ ਇੱਥੇ ਕੋਈ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਇੱਥੇ ਕੋਈ ਕਿਸੇ ਨਾਲ ਸਾੜਾ ਨਹੀਂ ਕਰਦਾ, ਇੱਥੇ ਸਾਰੇ ਰਲ ਮਿਲ ਕੇ ਰਹਿੰਦੇ ਨੇ। ਪਰ ਅੱਜ ਹਾਲਾਤ ਇਹਦੇ ਉਲਟ ਨੇ। ਬਹੁਤ ਸਾਰੇ ਬੰਦੇ ਜਦੋਂ ਪੰਜਾਬ ਤੋਂ ਬਾਹਰ ਅਸੀਂ ਜਾਂਦੇ ਆ ਨਾ, ਉਹ ਕਹਿੰਦੇ ਨੇ ਭਾਈ ਸਾਹਿਬ ਪੰਜਾਬ ਤੋਂ ਬਾਹਰ ਤੇ ਅਜੇ ਮਾੜਾ ਮੋਟਾ ਠੀਕ ਹੈ, ਪਰ ਤੁਹਾਡੇ ਪੰਜਾਬ ਦਾ ਤੇ ਜ਼ਿਆਦਾ ਹੀ ਬੇੜਾ ਕਰਕੇ। ਤੇ ਸੱਚੀ ਮੁੱਚੀ ਸਾਡੇ ਲਈ ਮੇਰੇ ਤੋਂ ਬਈ ਬਾਅਦ ਕੀਰਤਨ ਕਰਨਾ ਵੀਰਾਂ ਨੇ, ਇਹਨਾਂ ਨੂੰ ਪੁੱਛਿਓ ਭਾਈ ਸਾਹਿਬ ਹੋਣੀ ਤੁਹਾਨੂੰ ਪੰਜਾਬ ਤੋਂ ਬਾਹਰ ਚਲੇ ਜਾਓ, ਉਹ ਲੋਕ ਕਹਿੰਦੇ ਨੇ ਵੀ ਵਾਕਈ ਸਿੱਖ ਦਾ ਕਿਰਦਾਰ ਹੈ, ਤੇ ਪੰਜਾਬ 'ਚ ਆ ਜਾਓ। ਤੇ ਤੁਹਾਨੂੰ ਕੀ ਲੱਗਦਾ ਇਹ ਅਚਨਚੇਤ ਹੋ ਗਏ? ਇਹ ਅਚਨਚੇਤ ਨਹੀਂ ਹੋਇਆ। ਅਗਲਿਆਂ ਨੇ ਤੁਹਾਡੀਆਂ ਜੜ੍ਹਾਂ ਖੋਖਲੀਆਂ ਕਰਨੀਆਂ ਸੀ ਤੇ ਕਰ ਦਿੱਤੀਆਂ। ਤੁਹਾਡੀ ਹਰ ਇੱਕ ਚੀਜ਼ ਨੂੰ ਡੈਮੇਜ ਕਰਨਾ ਸੀ, ਕਰਤਾ। ਤੁਸੀਂ ਨਾਅਰੇ ਲਾਉਂਦੇ ਸੀ ਸਾਡੇ ਬਜ਼ੁਰਗ, ਸਾਡੇ ਵਡੇਰੇ, ਸਾਡੇ ਮਹਾਨ ਪੁਰਖੇ, ਤੇ ਅਗਲਿਆਂ ਨੇ ਇਹ ਕਹਿਣ ਲਾਤਾ ਵੀ ਮਹਾਨ ਪੁਰਖਿਆਂ ਦੀ ਛੱਡੋ, ਅੱਜ ਵਾਲਿਆਂ ਦੀ ਕਰੋ ਗੱਲ। 7 ਸਾਲ ਹੋ ਗਏ ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਨੂੰ, ਮਿਲ ਗਿਆ ਇਨਸਾਫ? ਕਿਹਨੇ ਲੈਣਾ ਹੈ? ਕੌਣ ਕਰੂਗਾ? ਮਾਫ ਕਰਿਓ, ਮੈਨੂੰ ਗੁੱਸਾ ਨਾ ਮਨਾਇਓ। ਪਿਛਲੇ ਦਿਨੀ ਇੱਕ ਰਾਜਨੀਤਿਕ ਦਲ ਹਾਰ ਗਿਆ ਤੇ ਸਾਡੇ ਤਖਤ ਦੇ ਜਥੇਦਾਰ ਨੂੰ ਬੜਾ ਫਿਕਰ ਪੈ ਗਿਆ ਵੀ ਕਿਉਂ ਹਾਰ ਗਿਆ। ਬੜਾ ਚਿੰਤਾ ਜ਼ਾਹਰ ਕੀਤੀ, ਉਹਨੇ ਬਿਆਨ ਦੇ ਦਿੱਤਾ, ਸਟੇਟਮੈਂਟ ਦਿੱਤੀ। ਤਾਂ ਤੁਸੀਂ 7 ਸਾਲ ਪੁਰਾਣਾ ਰਿਕਾਰਡ ਕੱਢ ਕੇ ਵੇਖ ਲਓ, ਕਿਸੇ ਜਥੇਦਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਤੇ ਸਟੇਟਮੈਂਟ ਦਿੱਤੀ ਹੈ? ਕਿੱਡੀ ਅਜੀਬ ਗੱਲ ਹੈ। ਫਿਰ ਇਹਦਾ ਮਤਲਬ ਹੈ ਇਹ ਕਿਸੇ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਵੀ ਮਹਾਨ ਮੰਨਦੇ ਨੇ। ਗੁਰੂ ਗ੍ਰੰਥ ਸਾਹਿਬ ਤੇ ਕਿਉਂ ਨਹੀਂ ਸਟੇਟਮੈਂਟ ਹੀ ਕਿਉਂ? ਮੈਂ ਕਹਿੰਦਾ ਤੁਸੀਂ ਹੱਲ ਨਹੀਂ ਪਰ ਹਾਂ ਦਾ ਨਾਰਾ ਤੇ ਮਾਰ ਹੀ ਸਕਦੇ ਹੋ ਨਾ ਯਾਰ, ਇਹਨਾਂ ਤੇ ਕਹਿ ਹੀ ਸਕਦੇ ਹੋ ਵੀ ਕਿਉਂ ਹੋਇਆ ਇਹਦਾ ਪੰਜਾਬ ਦੀ ਧਰਤੀ ਤੇ। ਪਰ ਨਹੀਂ ਦਿੱਤੀ ਜਾਏਗੀ ਸਟੇਟਮੈਂਟ, ਕਿਉਂਕਿ ਅਸਲ 'ਚ ਉਹ ਵਿਚਾਰੇ ਬੋਲਦੇ ਥੋੜੀ ਨੇ, ਉਹਨਾਂ ਨੂੰ ਤਾਂ ਬੁਲਾਇਆ ਜਾਂਦਾ, ਲਿਖ ਕੇ ਦਿੱਤਾ ਜਾਂਦਾ ਵੀ ਇੰਨਾ ਕੁ ਬੋਲ ਦਿਓ। ਬਸ ਚਾਬੀ ਵਾਲੇ ਨੇ ਵਿਚਾਰੇ, ਜਿੰਨੀ ਕੁ ਚਾਬੀ ਭਰ ਦਿੰਦਾ ਕੋਈ ਉਨੀ ਕੁ ਬੋਲ ਦਿੰਦੇ ਨੇ, ਉਨੀ ਕੁ ਚਾਬੀ ਭਰੀ ਚੱਲਦੀ ਹੈ ਉਹਨਾਂ ਦੀ। ਜੇ ਸੱਚੀ ਮੁੱਚੀ ਅੰਦਰੋਂ ਹੁੰਦੇ, ਸਾਰੇ ਹੀ ਅਸੀਂ ਅੰਦਰੋਂ ਹੁੰਦੇ, ਤੇ ਅੱਜ ਤੱਕ ਇਹ ਇਨਸਾਫ ਹੋ ਜਾਣਾ ਚਾਹੀਦਾ ਸੀ। ਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੀ ਗੱਲ ਘਰ ਘਰ ਤੱਕ ਪਹੁੰਚਾ ਸਕੇ। ਸਾਡੇ ਘਰਾਂ 'ਚ ਵੀ ਕਿੱਥੇ ਹੈ? ਮੈਨੂੰ ਦੱਸੋ, ਪੰਜਾਬ 'ਚ ਪੰਜਾਬੀ ਤੇ ਸਿੱਖ ਕਮਾਉਂਦੇ ਪਰਿਵਾਰਾਂ ਦੇ ਘਰਾਂ 'ਚ ਸ਼ਰਾਬ ਚੱਲਦੀ ਹੈ ਨਾ ਵਿਆਹਾਂ ਸ਼ਾਦੀਆਂ ਤੇ, ਗੁਰੂ ਸਾਹਿਬ ਆਗਿਆ ਦਿੰਦੇ ਨੇ? ਉਹ ਤਾਂ ਇਹਦੀ ਨਹੀਂ ਦਿੰਦੇ। ਫਿਰ ਇਹ ਆਗਿਆ ਕਿਹਦੇ ਤੋਂ ਲਈ ਹੈ? ਫਿਰ ਅਸੀਂ ਸਿੱਖ ਕਿਹਦੇ ਆ? ਇਹ ਤੇ ਫੈਸਲਾ ਹੀ ਕਰਨਾ ਪਏਗਾ ਨਾ ਸਾਨੂੰ। ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਅਸੀਂ ਇਹ ਗੱਲ ਨਹੀਂ ਬਾਣੀ 'ਚ ਲਿਖਿਆ, ਜਿੱਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ। ਪਰ ਗੱਲ ਫੇਰ ਵਾਪਸ ਉੱਥੇ ਆਏਗੀ, ਸਾਹਿਬਜ਼ਾਦਿਆਂ ਵਾਲੀ ਪੱਗ ਹੈ ਸਾਡੇ ਸਿਰ ਤੇ, ਪਰ ਸਾਨੂੰ ਲੱਗਦਾ ਵੀ ਅਸੀਂ ਦੁਕਾਨੋਂ ਲੈ ਕੇ ਕੱਪੜਾ ਸਿਰ ਤੇ ਬੰਨਿਆ। ਤੁਸੀਂ ਭੁੱਲ ਜਾਂਦੇ ਹੋ ਇਹ ਫਤਿਹ ਸਿੰਘ ਦੀ ਪੱਗ ਹੈ, ਇਹ ਪੱਗ ਕੱਪੜਾ ਨਹੀਂ ਹੈ। ਤੇ ਇਸ ਪੱਗ ਨੂੰ ਨਾ ਫਤਿਹ ਸਿੰਘ ਨੇ ਇੰਨਾ ਉੱਚਾ ਕਰਕੇ ਰੱਖਿਆ। 3 ਦਿਨ ਪੇਸ਼ੀ ਪੈਂਦੀ ਰਹੀ। ਚੌਥੇ ਦਿਨ ਜ਼ਾਲਮਾਂ ਨੇ ਚਲਾਕੀ ਨਾਲ ਵੱਡਾ ਦਰਵਾਜ਼ਾ ਬੰਦ ਕਰਤਾ, ਛੋਟਾ ਜਿਹਾ ਖੋਲਤਾ। ਇਹ ਸੋਚਿਆ ਸੀ ਵੀ ਨਿੱਕੀ ਬਾਰੀ ਥਾਣੀ ਤੇ ਇਦਾਂ ਸਿਰ ਝੁਕਾ ਕੇ ਹੀ ਲੰਘਣਗੇ ਨਾ, ਤੇ ਜਦੋਂ ਸਿਰ ਝੁਕਾਉਣਗੇ ਕਵਾਂਗੇ ਉਹ ਵੇਖੋ ਕਲਗੀਆਂ ਵਾਲੇ ਦੇ ਪੁੱਤਾਂ ਦਾ ਸਿਰ ਨਿਉ ਗਿਆ। ਹੁਣ ਤੁਸੀਂ ਵੇਖੋ, ਇੱਕ ਬੰਦੇ ਨੇ ਪਲੈਨਿੰਗ ਕੀਤੀ ਹੈ, ਇੱਕ ਬੱਚੇ ਨੇ ਜਿਹੜੇ ਨਾਰਮਲ ਹੀ ਤੁਰੇ ਆ ਰਹੇ ਨੇ,
ਤੇ ਦੋਵਾਂ ਭਰਾਵਾਂ ਨੇ ਵੱਡਾ ਦਰਵਾਜ਼ਾ ਬੰਦ ਵੇਖਿਆ, ਛੋਟਾ ਖੁੱਲਾ ਵੇਖਿਆ, ਤੇ ਦੋਵੇਂ ਵੀਰ ਆਪਸ ਵਿੱਚ ਗੱਲਾਂ ਕਰਦੇ ਨੇ। ਕਹਿੰਦੇ ਭਰਾ ਫਤਿਹ ਸਿੰਘ ਆਪਣੇ ਵੀਰ ਨੂੰ ਕਹਿੰਦਾ, ਵੀਰ ਜ਼ੋਰਾਵਰ ਸਿੰਘ, ਦੁਸ਼ਮਣ ਕਿੱਡਾ ਚਲਾਕ ਨਿਕਲਿਆ। 2 ਦਿਨ ਡਰ ਤੇ ਲਾਲਚ ਦੇ ਕੇ ਵੇਖ ਲਿਆ, ਸਾਹਿਬਜ਼ਾਦਿਆਂ ਦੇ ਸਿਰ ਝੁਕਾਏ ਨਹੀਂ ਗਏ। ਅੱਜ ਵੱਡਾ ਦਰਵਾਜ਼ਾ ਬੰਦ ਕਰਤਾ, ਛੋਟਾ ਖੋਲ੍ਹਦਾ ਵੀ ਹੁਣ ਤਾਂ ਸਿਰ ਝੁਕਾਉਣਗੇ। ਪਰ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ, ਵਾਹ ਕਲਗੀਆਂ ਵਾਲੇ ਦੇ ਪੁੱਤਾਂ ਨਾਲ ਪਿਆ, ਦਰਵਾਜ਼ੇ ਲਾਗੇ ਜਾਵਾਂਗੇ ਸਿਰ ਤੇ ਆਕੜ ਕੇ ਜਾਊ, ਪੈਰ ਦੀ ਜੁੱਤੀ ਕੱਢਾਂਗੇ ਪਹਿਲਾਂ। ਕਿੰਨੇ ਇੰਟੈਲੀਜੈਂਟ ਹੋਣਗੇ ਉਹ, ਅੰਦਾਜ਼ਾ ਲਾ ਕੇ ਵੇਖੋ। ਕਿੰਨੇ ਸ਼ਾਰਪ ਮਾਈਂਡ ਬੱਚੇ ਹੋਣਗੇ ਉਹ। ਐਵੇਂ ਥੋੜੀ ਕਹਿੰਦੇ ਆ ਨਿੱਕੀਆਂ ਜਿੰਦਾਂ ਵੱਡੇ ਸਾਕੇ, ਤੇ ਉਹਨਾਂ ਦੀ ਇੱਕ ਇੱਕ ਕੜੀ ਵੱਡਾ ਸੱਕ ਹੈ। ਜੁੱਤੀ ਦੀ ਨੋਕ ਲੰਘਾਈ ਪਹਿਲਾਂ, ਪੈਰ ਲੰਘਾਏ ਪਹਿਲਾਂ। ਸਾਰੀ ਰਾਤ ਪਲੈਨਿੰਗ ਕਰਦਾ ਰਿਹਾ ਜਿਹੜਾ ਬੰਦਾ, 1 ਸੈਕਿੰਡ ਵਿੱਚ ਅਗਲੇ ਦੀ ਪਲੈਨਿੰਗ ਚਕਨਾ ਚੂਰ ਕਰਕੇ ਪਰੇ ਮਾਰੀ ਯੋਧਿਆਂ ਨੇ। ਉਹ ਇਤਿਹਾਸ ਖੜਾ ਸੀ ਜੈਤੋ ਦੇ ਮੋਰਚਾ ਲੜਨ ਵਾਲੇ ਬਜ਼ੁਰਗਾਂ ਦੇ ਪਿੱਛੇ। ਕਿਵੇਂ ਹਾਰ ਜਾਂਦੇ ਫਿਰ ਉਹ। ਅਸੀਂ ਕਿਸਾਨੀ ਸੰਘਰਸ਼ ਲੜਿਆ ਪਿਛਲੇ ਦਿਨੀ, ਤੇ ਬੜਿਆਂ ਨੂੰ ਇਹ ਲੱਗਦਾ ਸੀ ਇਹ ਕਿੱਥੋਂ ਜਿੱਤ ਜਾਣਗੇ, ਕਿੱਥੋਂ ਇਹਨਾਂ ਨੇ 2-4 ਦਿਨ ਰਹਿਣਗੇ, ਪ੍ਰਸ਼ਾਦਾ ਪਾਣੀ ਮਿਲਣਾ ਨਹੀਂ, ਆਪੇ ਮੁੜ ਆਉਣਗੇ। ਪਰ ਉਹਨਾਂ ਨੂੰ ਕੌਣ ਦੱਸੇ ਇਹ ਜਿੱਥੇ ਰਹਿਣਗੇ ਆਪ ਤੇ ਪ੍ਰਸ਼ਾਦਾ ਛਕਣਾ ਹੀ ਛਕਣਾ, ਇਹ ਤਾਂ ਸਾਰਿਆਂ ਨੂੰ ਛਕਾ ਕੇ ਆਉਣਗੇ। ਤੇ ਪਹਿਲਾ ਸੰਘਰਸ਼ ਹੋਣਾ ਹੈ ਕਿਸਾਨੀ ਸੰਘਰਸ਼। ਜਦੋਂ ਸੰਘਰਸ਼ ਖਤਮ ਹੋਇਆ ਸੀ ਤਾਂ ਲੋਕ ਰੋ ਰਹੇ ਸਨ। ਵੈਸੇ ਤਾਂ ਸੰਘਰਸ਼ ਖਤਮ ਹੋਵੇ ਤਾਂ ਲੋਕ ਖੁਸ਼ ਹੁੰਦੇ ਨੇ, ਹੱਸਦੇ ਨੇ। ਪਰ ਦਿੱਲੀ ਦੀ ਕਿਹੜੀ ਗਲੀ ਹੈ ਜਿੱਦਣ ਸੰਘਰਸ਼ ਖਤਮ ਹੋਇਆ ਸੀ ਤਾਂ ਲੋਕ ਰੋ ਨਹੀਂ ਸੀ ਰਹੇ। ਉਹ ਕਹਿੰਦੇ ਸੀ ਐਂ ਲੱਗਦਾ ਸੀ ਜਿਵੇਂ ਦਿੱਲੀ ਦੇ ਆਲੇ ਦੁਆਲੇ ਸਿੱਖਾਂ ਦਾ ਰਾਜ ਹੁੰਦਾ ਤੇ ਸਾਡੇ ਮਨਾਂ 'ਚੋਂ ਡਰ ਹੀ ਖਤਮ ਹੋ ਗਿਆ ਸੀ। ਭਾਵੇਂ ਰਾਤ ਦੇ 12 ਵਜੇ ਜਾਓ, 2 ਵਜੇ ਜਾਓ, 4 ਵਜੇ ਜਾਓ। ਸੋ ਜੇ ਅਸੀਂ ਥੋੜੇ ਸਮੇਂ ਲਈ ਇਦਾਂ ਕਰ ਸਕਦੇ ਆ ਤੇ ਅਸੀਂ ਬੜੇ ਲੰਮੇ ਸਮੇਂ ਲਈ ਵੀ ਇਦਾਂ ਕਰ ਸਕਦੇ ਆ। ਪਰ ਇਹ ਚੀਜ਼ਾਂ ਸਾਡੇ ਜ਼ਿਹਨ ਵਿੱਚ ਵਸਦੀਆਂ ਨਹੀਂ। ਖੈਰ ਗੁਰੂ ਕੇ ਪਿਆਰਿਓ, ਇਤਿਹਾਸ ਦੇ ਵਰਕਿਆਂ ਨੂੰ ਫਰੋਲਿਆ ਕਰੋ, ਆਪਣੇ ਘਰਾਂ ਵਿੱਚ ਸਾਹਿਤ ਰੱਖਣ ਦੀ ਆਦਤ ਪਾਓ। ਦੁਸ਼ਮਣ ਬੜਾ ਤੇਜ਼ ਹੈ, ਉਹਨੇ ਤੁਹਾਡੇ ਘਰਾਂ ਦੇ ਵਿੱਚੋਂ ਗੁਰਬਾਣੀ ਦਾ ਕੀਰਤਨ ਅਲੋਪ ਕਰ ਦਿੱਤਾ ਹੈ ਤੇ ਗਾਉਣ ਵਾਲਿਆਂ ਦੇ ਗੀਤ ਤੁਹਾਡੇ ਘਰਾਂ 'ਚ ਲੈ ਆਉਂਦੇ ਨੇ। ਕਿਉਂਕਿ ਕੀਰਤਨ ਤੁਹਾਨੂੰ ਆਨੰਦਪੁਰ ਵਾਲੇ ਬੰਨੇ ਨੂੰ ਲੈ ਜਾਏਗਾ, ਕੀਰਤਨ ਤੁਹਾਨੂੰ ਅੰਮ੍ਰਿਤਸਰ ਵਾਲੇ ਬੰਨੇ ਨੂੰ ਲੈ ਜਾਏਗਾ, ਤੇ ਗਾਉਣ ਵਾਲੇ ਗੀਤ ਤੁਹਾਨੂੰ ਕਿਸੇ ਹੋਰ ਦਿਸ਼ਾ 'ਚ ਲੈ ਜਾਣਗੇ। ਇਸ ਕਰਕੇ ਅਗਲਿਆਂ ਨੂੰ ਪਤਾ ਹੈ ਕਿ ਜੇ ਇਹਨਾਂ ਦੀ ਦਿਸ਼ਾ ਬਦਲਣੀ ਹੈ ਤੇ ਇਹਨਾਂ ਦੇ ਗੀਤ ਸੰਗੀਤ ਬਦਲਣੇ ਪੈਣੇ ਨੇ। ਵਕਤ ਪਾ ਕੇ ਤੁਹਾਡੇ ਗੀਤ ਸੰਗੀਤ ਅਗਲਿਆਂ ਨੇ ਬਦਲ ਦਿੱਤੇ। ਸਾਡੇ ਗੀਤ ਸੰਗੀਤ ਜਦੋਂ ਬਦਲ ਜਾਣਗੇ ਫਿਰ ਸਾਰਾ ਕੁਝ ਹੀ ਬਦਲ ਜਾਣਾ ਹੈ। ਬਾਣੀ 'ਚ ਬੜੇ ਪਿਆਰੇ ਕਈ ਬੰਦੇ ਕਹਿੰਦੇ ਅੱਜ ਬੰਦੇ ਬੋਲਦੇ ਬੜਾ ਭੈੜਾ ਨੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੁਣਦੇ ਵੀ ਭੈੜਾ ਨੇ, ਵੇਖਦੇ ਵੀ ਭੈੜਾ ਨੇ। ਜਿਹੜਾ ਸੁਣਦਾ ਭੈੜਾ ਉਹਨੇ ਬੋਲਣਾ ਵੀ ਭੈੜਾ, ਜਿਹੜਾ ਵੇਖਦਾ ਭੈੜਾ ਉਹਨੇ ਬੋਲਣਾ ਵੀ ਭੈੜਾ। ਤੇ ਤੁਸੀਂ ਵੇਖੋ ਸਾਡੇ ਘਰਾਂ 'ਚ ਬੋਲੀ ਵਿਗੜ ਗਈ ਹੈ। ਅੱਜ ਬੋਲੀਆਂ ਚੰਗੀਆਂ ਨਹੀਂ ਰਹਿ ਗਈਆਂ। ਅਸੀਂ ਬੋਲੀਆਂ ਦੇ ਤਕਰਾਰ ਵਿੱਚ ਬਹੁਤ ਪੈ ਜਾਂਦੇ ਹਾਂ ਬੜੀ ਛੇਤੀ। ਧਾਰਮਿਕ ਬੰਦੇ ਬਹੁਤ ਉਲਝੇ ਪਏ ਨੇ ਬੋਲੀਆਂ ਦੇ ਮਸਲੇ ਤੇ। ਹਰ ਸਮਾਜ ਉਲਝਿਆ ਪਿਆ। ਉਲਝਿਆ ਤਾਂ ਪਿਆ ਕਿਉਂਕਿ ਇਹ ਸ਼ਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਕੀ ਸੁਣਨਾ? ਸੁਣੋ ਸਤ ਬਾਣੀ। ਮਹਾਰਾਜ ਕਿਉਂ ਕਹਿੰਦੇ ਜਿਤ ਸੁਣੀ ਮਨ ਤਨ ਹਰਿਆ ਹੋਵਾ। ਜਿਹਨੂੰ ਸੁਣਨ ਨਾਲ ਤੇਰਾ ਮਨ ਤੇ ਤਨ ਖਿੜਿਆ ਜਿਹਾ ਰਹੇਗਾ, ਹਰਿਆ ਹਰਿਆ ਰਹੇਗਾ। ਤੇ ਰਸਨਾ ਬੋਲੋ ਗੱਜ ਕੇ, ਰਸਨਾ ਰਸ ਸਮਾਣੀ, ਰਸਨਾ ਤੇ ਰਸ ਆ ਜਾਏਗਾ। ਤੇ ਅੱਜ ਤੁਸੀਂ ਵੇਖੋ ਸਾਡੇ ਘਰਾਂ 'ਚ ਬੋਲਣ 'ਚ ਰਸ ਹੈਗਾ ਕਿਸੇ ਦੇ? ਸਾਰੇ ਉਖੜੀ ਕੁਹਾੜੀ ਵਾਂਗੂ ਪੈਂਦੇ ਨੇ ਘਰ ਦੇ ਜੀਆਂ ਨੂੰ, ਕਿਸੇ ਦੇ ਬੋਲਣ 'ਚ ਰਸ ਨਹੀਂ ਹੈ। ਅੱਜ ਬੰਦੇ ਕਹਿੰਦੇ ਨੇ ਅਸੀਂ ਪੜ੍ਹੇ ਜ਼ਿਆਦੇ ਆ। ਕਿੱਥੇ ਪੜ੍ਹੇ ਆ ਅਸੀਂ? ਬੋਲਣਾ ਤੇ ਆਉਂਦਾ ਨਹੀਂ ਸਾਨੂੰ। ਡਿਗਰੀ ਹੋਲਡਰ ਬੰਦੇ, ਜਿਹੜੇ ਡਿਗਰੀ ਹੋਲਡਰ ਬੰਦੇ ਨੇ ਨਾ, ਵਿਆਹ ਤੋਂ 3-3 ਮਹੀਨਿਆਂ ਬਾਅਦ ਤਲਾਕ ਹੁੰਦੇ ਨੇ। ਕਿਉਂ ਹੁੰਦੇ ਨੇ ਭਲਾ? ਕਿਉਂਕਿ ਬੋਲਣਾ ਨਹੀਂ ਆਉਂਦਾ ਉਹਨਾਂ ਨੂੰ। ਰਿਚ ਵੀ ਬਹੁਤ ਨੇ, ਅਮੀਰ ਵੀ ਬਹੁਤ ਜ਼ਿਆਦਾ ਨੇ, ਪੈਸੇ ਦਾ ਵੀ ਕੋਈ ਅਤਾ ਪਤਾ ਨਹੀਂ ਹੈ, ਪਰ ਪਰਿਵਾਰ 'ਚ ਰਹਿਣਾ ਨਹੀਂ ਆਉਂਦਾ ਕਿਉਂਕਿ ਇਸ ਜ਼ੁਬਾਨ ਨੂੰ ਬੋਲਣਾ ਨਹੀਂ ਆਉਂਦਾ। ਇਸ ਕਰਕੇ ਬਾਬੇ ਦੀ ਬਾਣੀ ਨੇ ਕਿਹਾ ਰਸਨਾ ਗੁਣ ਗੋਪਾਲ ਨਿਧ ਗਾਇਣ। ਜ਼ੁਬਾਨੇ ਬੋਲਣਾ ਸਿੱਖ ਲਾ, ਤੈਨੂੰ ਸਿੱਖਣਾ ਪੈਣਾ। ਤੇ ਕੋਈ ਸਿੱਖਣਾ ਚਾਹੁੰਦਾ ਅੱਜ ਸਾਰੇ ਹੀ ਸਿਖਾਉਣਾ ਚਾਹੁੰਦੇ ਨੇ।
कौन सीखना चाहता जी अपने चो? ना आपां तो कोई नहीं सीखना चाहते, आपां तो सिखाउण वाले आ सारे। प्यो कहता पुत मेरे हिसाब नाल चले, मैं सिखादा सारा कुछ। पुत कहता बापू तैनू की पता, तू तो एवें कढ लई, मैं सिखाउणा तैनू किवें बोलना। सस कहती है मैं सिखाउणी आ नौं नूं किवें बोलना, नौं कहती है तैनू की पता बेबे किवें बोलना, मैं सिखाउणी आ तैनू किवें बोलना। किनू बोलना आउंदा इत्थे? हर बंदा सिखाउण वाला है। सो गुरु के प्यारिओ, सानू बाबे दी बाणी दा ਇਹ रस मानना पैना। तुसीं अदब नाल गुरां दी गोद विच सजे बैठे हो। दासरे दा समा इत्थे समाप्त है। कोशिश करिओ असीं इतिहास दे पन्निਆਂ ਨੂੰ अपनी जिंदगी दा अंग बनाईए। असीं उन्हां महान पुरखिਆਂ दे जीवन विचों कुछ सीखण दा यतन करिए। अगलेरा प्रोग्राम इसे तरह अदब सत्कार नाल बैठ के गुरु दी हजूरी विच आनंद माणीए। सत्कारयोग गुरु के कीर्तनीए भाई सरबजीत सिंह जी पटने वाले, तिन्हां ने आप जी दे सन्मुख गुरु का जस कीर्तन के रूप में करना है। श्रवण करिए। इको ही गल अज दे दीवान विचों जे पल्ले बन लिओ, वो ये है कि साडे पुरखियां असीं गुरु नूं गुरु मनना शुरू कर दईए ते गुरु वाली गल नूं ध्यान नाल सुणिया करिए, उहनूं अमल विच लईए ते शायद साडा इस दीवान विच आया होया सफला हो सकेगा। आप सबना दा धन्नवाद। शुकराना अकाल पुरख वाहिगुरू जी दा, प्रबंधक वीरां दा धन्नवाद, सारे ही सहयोगियों का जिन्हों ने जिस जिस रूप में भी सहयोग किया, सबना का धन्नवाद। अकाल पुरख वाहिगुरू जी का साहिब श्री गुरु ग्रंथ साहिब जी का शुकराना है। भुल्लां मेरियां समझ के माफ़ कर देनियां। शब्द कोई चंगा लगा होवे मेरा नहीं, साहिब सच्चे पातशाह जी की बाणी का सिद्धांत है, उन्होंने हिरदे च वसा लिओ। प्यार नाल गज के आखो वाहिगुरू जी का खालसा वाहिगुरू जी की फतेह।